ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਹੈ ਤੁਹਾਡੀ ਤਿਆਰੀ ਚੰਗੀ ਚੱਲ ਰਹੀ ਹੋਵੇਗੀ। ਸਾਰੇ ਵਿਦਿਆਰਥੀ ਜੋ ਇਹ ਵੀਡੀਓ ਦੇਖ ਰਹੇ ਹਨ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਜਿਹਦੇ ਨਾਲ ਤੁਹਾਨੂੰ ਰੀਡ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੀਡੀਓ ਲਗਾਤਾਰ ਚੈਨਲ ਦੇ ਉੱਤੇ ਮਿਲਦੀਆਂ ਰਹਿਣ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਸਾਡੇ ਰੀਡ ਦੇ ਸਿਲੇਬਸ ਦੇ ਵਿੱਚ 6ਵੀਂ ਇਕਾਈ ਦੇ ਵਿੱਚ ਜੋ ਟੌਪਿਕ ਹੈ ਦੇਖਣ ਸੁਣਨ ਸਾਧਨ। ਅੱਜ ਅਸੀਂ ਦੇਖਣ ਸੁਣਨ ਸਾਧਨਾਂ ਬਾਰੇ ਪੜਾਂਗੇ। ਕੀ ਹਨ ਦੇਖਣ ਸੁਣਨ ਸਾਧਨ। ਸਾਡੇ ਯੂਨਿਟ 6 ਹੈ ਜੋ ਰੀਡ ਦੇ ਸਿਲੇਬਸ ਵਿੱਚ, ਇਹਦੇ ਵਿੱਚ ਦਿੱਤਾ ਹੈ ਦੇਖਣ ਸੁਣਨ ਸਾਧਨ ਬਾਰੇ। ਕੀ ਦਿੱਤਾ ਹੈ ਅਸੀਂ ਵਿਸਤਾਰ ਨਾਲ ਦੇਖਾਂਗੇ। ਦੇਖਣ ਸੁਣਨ ਸਾਧਨ ਵਿੱਚ ਇੱਕ ਤਾਂ ਸਾਨੂੰ ਦਿੱਤਾ ਹੈ ਇਸ ਦਾ ਅਰਥ, ਅਸੀਂ ਇਸ ਦੇ ਅਰਥ ਨੂੰ ਪੜਾਂਗੇ। ਉਸ ਤੋਂ ਬਾਅਦ ਸਾਨੂੰ ਦਿੱਤਾ ਹੈ ਵੇਰਵਾ ਤੇ ਫਿਰ ਹੈ ਵਰਤੋਂ ਦੇ ਸਿਧਾਂਤ। ਇਹ ਤਿੰਨ ਚੀਜ਼ਾਂ ਸਪੈਸ਼ਲ ਟੌਪਿਕ ਸਾਡੇ ਦਿੱਤੇ ਹੋਏ ਹਨ। ਕਿਹੜੇ ਟੌਪਿਕ ਦਿੱਤੇ ਹਨ? ਦੇਖਣ ਸੁਣਨ ਸਾਧਨ, ਅਰਥ। ਇੱਕ ਤਾਂ ਦੇਖਣ ਸੁਣਨ ਸਾਧਨਾਂ ਦਾ ਅਰਥ, ਇੱਕ ਵੇਰਵਾ ਕਿਹਾ ਜਾਂਦਾ ਹੈ ਵਿਵਰਣ ਨੂੰ, ਤੇ ਉਸ ਤੋਂ ਬਾਅਦ ਹੈ ਵਰਤੋਂ ਦੇ ਸਿਧਾਂਤ। ਵਰਤੋਂ ਦਾ ਭਾਵ ਹੋ ਗਿਆ ਪ੍ਰਯੋਗ ਕਰਨ ਦੇ ਸਿਧਾਂਤ ਜਾਂ ਵਰਤੇ ਜਾਣ ਦੇ ਸਿਧਾਂਤ। ਇਹ ਤਿੰਨ ਚੀਜ਼ਾਂ ਅਸੀਂ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਪੜਨ ਜਾ ਰਹੇ ਹਾਂ ਅਰਥ। ਕੀ ਦੇਖਣ ਸੁਣਨ ਸਾਧਨਾਂ ਦਾ ਅਰਥ ਕੀ ਹੈ, ਕੀ ਭਾਵ ਹੈ ਇਸ ਦਾ, ਤਾਂ ਅਸੀਂ ਦੇਖਣ ਸੁਣਨ ਸਾਧਨਾਂ ਬਾਰੇ ਪੜਾਂਗੇ। ਦੇਖਣ ਸੁਣਨ ਸਾਧਨ ਇੱਕ ਪ੍ਰਕਾਰ ਦੀ ਸਹਾਇਕ ਸਮੱਗਰੀ ਦੇ ਤੌਰ ਤੇ ਅਸੀਂ ਪ੍ਰਯੋਗ ਕਰ ਸਕਦੇ ਹਾਂ ਬੱਚਿਆਂ ਨੂੰ ਸਿੱਖਣ ਕਾਰਜ ਕਰਵਾਉਣ ਦੇ ਲਈ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਦੇਖਣ ਸੁਣਨ ਸਾਧਨਾਂ ਦਾ ਮਹੱਤਵਪੂਰਨ ਸਥਾਨ ਹੈ। ਪਹਿਲੀ ਸਾਡੀ ਲਾਈਨ ਹੈ, ਜੋ ਆਧੁਨਿਕ ਅਜੋਕੀ ਸਿੱਖਿਆ ਪ੍ਰਣਾਲੀ ਹੈ ਉਹ ਬਾਲ ਕੇਂਦਰੀ ਸਿੱਖਿਆ ਪ੍ਰਣਾਲੀ ਹੈ ਤੇ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਾਰੇ ਕਾਰਜ ਕੀਤੇ ਜਾਂਦੇ ਹਨ। ਮਨੋਵਿਗਿਆਨਿਕ ਤਰੀਕਿਆਂ ਨਾਲ ਸਿੱਖਿਆ ਦਿੱਤੀ ਜਾਂਦੀ ਹੈ। ਤਾਂ ਅੱਜ ਦੀ ਜੋ ਸਿੱਖਿਆ ਪ੍ਰਣਾਲੀ ਹੈ ਉਹਦੇ ਦੇਖਣ ਸੁਣਨ ਸਾਧਨ ਹਨ ਜਿਹੜੇ ਉਹਨਾਂ ਦਾ ਮਹੱਤਵਪੂਰਨ ਸਾਧਨ ਹਨ। ਦੇਖਣ ਸੁਣਨ ਸਾਧਨਾਂ ਦਾ ਭਾਵ ਹੋਇਆ ਬੱਚਾ ਜਿਨ੍ਹਾਂ ਨੂੰ ਦੇਖ ਕੇ ਤੇ ਸੁਣ ਕੇ ਪੜ੍ਹ ਸਕਦਾ ਹੈ। ਜੋ ਸਾਡੀ ਪੁਰਾਤਨ ਸਿੱਖਿਆ ਪ੍ਰਣਾਲੀ ਸੀ, ਜੋ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਸੀ, ਉਹਦੇ ਵਿੱਚ ਕੀ ਹੁੰਦਾ ਸੀ ਕਿ ਬੱਚੇ ਸਿਰਫ ਪੜ੍ਹ ਕੇ ਹੀ ਕਿਤਾਬਾਂ ਪੜ੍ਹਦੇ ਸੀ, ਕਿਤਾਬਾਂ ਪੜ੍ਹ ਕੇ ਹੀ ਸਿੱਖਦੇ ਸੀ ਜਾਂ ਅਧਿਆਪਕ ਤੋਂ ਸੁਣ ਕੇ ਸਿੱਖਦੇ ਸੀ, ਹੋਰ ਕੋਈ ਮਾਧਿਅਮ ਨਹੀਂ ਸੀ। ਪਰ ਅਜੋਕੀ ਸਿੱਖਿਆ ਪ੍ਰਣਾਲੀ ਦੇ ਵਿੱਚ ਬੱਚੇ ਦੀਆਂ ਸਾਰੀਆਂ ਗਿਆਨ ਇੰਦਰੀਆਂ ਦਾ ਪ੍ਰਯੋਗ ਹੋ ਸਕੇ, ਅਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਦੇਖਣ ਸੁਣਨ ਸਾਧਨਾਂ ਦੇ ਵਿੱਚ ਕੀ ਹੈ, ਪਹਿਲਾਂ ਤਾਂ ਅਸੀਂ ਦੇਖਾਂਗੇ ਕਿ ਇਹ ਕਿਹੜੇ ਸਿੱਖਿਆ ਸੂਤਰ ਤੇ ਆਧਾਰਿਤ ਹੈ। ਤਾਂ ਸਿੱਖਿਆ ਸੂਤਰ ਕਿਹੜੇ ਤੇ ਆਧਾਰਿਤ ਹੈ? ਸਥੂਲ ਤੋਂ ਸੂਖਮ। ਸਾਡੇ ਸਿੱਖਿਆ ਸੂਤਰ ਹਨ ਜਿਹੜੇ ਸਥੂਲ ਤੋਂ ਸੂਖਮ ਸਿੱਖਿਆ ਦਾ ਇੱਕ ਸੂਤਰ ਹੈ, ਉਹਦੇ ਤੇ ਆਧਾਰਿਤ ਹੈ। ਸਥੂਲ ਤੋਂ ਸੂਖਮ ਦਾ ਮਤਲਬ ਹੈ ਜਾਂ ਤਾਂ ਸਥੂਲ ਤੋਂ ਸੂਖਮ ਜਾਂ ਅਸੀਂ ਕਹਿ ਸਕਦੇ ਹਾਂ ਮੂਰਤ ਤੋਂ ਅਮੂਰਤ। ਇਹ ਸਿੱਖਿਆ ਸੂਤਰ ਤੁਸੀਂ ਪੜ੍ਹਿਆ ਹੋਣਾ, ਮੂਰਤ ਤੋਂ ਅਮੂਰਤ। ਇਹਦਾ ਮਤਲਬ ਇਹ ਹੋਇਆ ਕਿ ਪਹਿਲਾਂ ਅਸੀਂ ਮੂਰਤ ਚੀਜ਼ਾਂ ਨੂੰ ਵੇਖਦੇ ਹਾਂ। ਮੂਰਤ ਦਾ ਭਾਵ ਜਿਹੜੀਆਂ ਚੀਜ਼ਾਂ ਅਸੀਂ ਦੇਖੀਆਂ ਜਾ ਸਕਦੀਆਂ ਹਨ। ਜਿਵੇਂ ਸਭ ਤੋਂ ਪਹਿਲਾਂ ਬੱਚੇ ਨੂੰ ਕੋਈ ਚੀਜ਼ ਦਿਖਾ ਦਿੱਤੀ ਗਈ, ਮੰਨ ਲਓ ਪਹਿਲਾਂ ਬਲੈਕ ਬੋਰਡ ਦਿਖਾ ਦਿੱਤਾ ਗਿਆ ਤੇ ਫਿਰ ਇਸ ਬਲੈਕ ਬੋਰਡ ਦੇ ਬਾਰੇ ਦੱਸਣਾ ਕਿ ਇਹ ਕੀ ਚੀਜ਼ ਹੈ, ਇਹਦਾ ਵਰਣਨ ਕਰਨਾ। ਮੂਰਤ ਤੋਂ ਅਮੂਰਤ ਵੱਲ ਨੂੰ ਲਿਜਾਇਆ ਜਾਂਦਾ ਹੈ ਦੇਖਣ ਸੁਣਨ ਸਾਧਨਾਂ ਦੇ ਰਾਹੀਂ। ਇਹ ਸਾਡਾ ਪ੍ਰਸ਼ਨ ਵੀ ਬਣ ਸਕਦਾ ਹੈ ਕਿ ਦੇਖਣ ਸੁਣਨ ਸਾਧਨਾਂ ਦਾ ਸਿੱਖਿਆ ਵਿੱਚ ਪ੍ਰਯੋਗ ਕਿਹੜੇ ਸਿੱਖਿਆ ਸੂਤਰ ਤੇ ਆਧਾਰਿਤ ਹੈ। ਤਾਂ ਅਸੀਂ ਕੀ ਲਿਖਣਾ ਹੈ ਆਪਸ਼ਨ ਦੇ ਵਿੱਚ? ਸਥੂਲ ਤੋਂ ਸੂਖਮ ਆ ਜਾਏ ਜਾਂ ਮੂਰਤ ਤੋਂ ਅਮੂਰਤ ਆ ਜਾਏ, ਅਸੀਂ ਇਹ ਕਰਨਾ ਹੈ। ਤਾਂ ਉਹਦਾ ਉੱਤਰ ਹੋਊਗਾ ਸਥੂਲ ਤੋਂ ਸੂਖਮ ਜਾਂ ਮੂਰਤ ਤੋਂ ਅਮੂਰਤ। ਇਹਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਅਸੀਂ ਅੱਗੇ ਵਧਦੇ ਹਾਂ। ਔਖੀ ਤੋਂ ਔਖੀ ਗੱਲ ਨੂੰ ਸਫਲਤਾਪੂਰਵਕ ਸਮਝਾਇਆ ਜਾ ਸਕਦਾ ਹੈ। ਇੱਕ ਇਹਦਾ ਇਹ ਵੀ ਕਾਰਜ ਹੈ ਕਿ ਔਖੀਆਂ ਚੀਜ਼ਾਂ ਹਨ ਜੋ ਉਹਨਾਂ ਨੂੰ ਇਹਨਾਂ ਰਾਹੀਂ ਦੇਖਣ ਸੁਣਨ ਸਾਧਨਾਂ ਰਾਹੀਂ ਚੰਗੀ ਤਰ੍ਹਾਂ ਨਾਲ ਤੇ ਸਫਲਤਾਪੂਰਵਕ ਅਸੀਂ ਸਮਝਾ ਸਕਦੇ ਹਾਂ। ਬੱਚੇ ਨੂੰ ਸਮਝਣਾ ਇਹਨਾਂ ਨਾਲ ਕੁੱਲ ਮਿਲਾ ਕੇ ਗੱਲ ਹੈ ਵੀ ਆਸਾਨ ਹੋ ਜਾਂਦਾ ਹੈ। ਅੱਗੇ ਅਸੀਂ ਵੇਖਾਂਗੇ ਅਰਥ ਦੇ ਬਾਰੇ ਕਿ ਕੀ ਮੰਨਿਆ ਗਿਆ ਹੈ ਦੇਖਣ ਸੁਣਨ ਸਾਧਨਾਂ ਦਾ ਅਰਥ। ਦੇਖਣ ਸੁਣਨ ਸਾਧਨ ਤਿੰਨ ਸ਼ਬਦਾਂ ਦਾ ਜੋੜ ਹੈ। ਕਿੰਨੇ ਸ਼ਬਦਾਂ ਦਾ? ਤਿੰਨ ਸ਼ਬਦਾਂ ਦਾ। ਉਹ ਸ਼ਬਦ ਕਿਹੜੇ ਹਨ? ਦੇਖਣ ਪਲੱਸ ਸੁਣਨ ਪਲੱਸ ਸਾਧਨ। ਦੇਖੇ ਜਾਣ ਵਾਲੇ ਤੇ ਸੁਣੇ ਜਾਣ ਵਾਲੇ ਸਾਧਨ ਕੀ ਹੁੰਦੇ ਹਨ? ਦੇਖਣ ਸੁਣਨ ਸਾਧਨ। ਇਹ ਤਿੰਨ ਸ਼ਬਦਾਂ ਦਾ ਮੇਲ ਤੋਂ ਬਣਿਆ ਹੈ।
ਤਾਂ ਹੁਣ ਇਹਦੇ ਵਿੱਚ ਕੀ ਹੈ, 3 ਪ੍ਰਕਾਰ ਦੀ ਸਮੱਗਰੀ ਹੁੰਦੀ ਹੈ। ਕੀ ਹੁੰਦੀ ਹੈ ਉਹ ਅਸੀਂ ਵੇਖਾਂਗੇ। ਇੱਕ ਤਾਂ ਹੁੰਦੇ ਹੈ ਦੇਖਣ ਵਾਲੇ ਸਾਧਨ, ਦੇਖਣ ਵਾਲੇ ਸਾਧਨ ਜਾਂ ਦੇਖੇ ਜਾਣ ਵਾਲੇ ਸਾਧਨ। ਦੇਖਣ ਵਾਲੇ ਸਾਧਨ ਇਹ ਹੁੰਦੇ ਹੈ ਕੇਵਲ ਦੇਖਣ ਵਾਲੇ। ਕਿਹੜੇ? ਕੇਵਲ ਦੇਖਣ ਵਾਲੇ, ਵੀ ਇਕੱਲੇ ਦੇਖੇ ਹੀ ਜਾ ਸਕਦੇ ਹਨ। ਇਹ ਜਿਵੇਂ ਅਸੀਂ ਚਾਰਟ ਨੂੰ ਲੈ ਲੈਂਦੇ ਹਾਂ, ਬਲੈਕ ਬੋਰਡ ਨੂੰ ਲੈ ਲੈਂਦੇ ਹਾਂ, ਇਸ ਨੂੰ ਕਾਲਾ ਫੱਟਾ ਵੀ ਕਹਿ ਦਿੱਤਾ ਜਾਂਦਾ ਹੈ। ਤਾਂ ਇਹ ਹਨ ਕੀ ਦੇਖਣ ਵਾਲੇ ਸਾਧਨ ਹਨ, ਜੋ ਕੇਵਲ ਦੇਖੇ ਜਾ ਸਕਦੇ ਹਨ, ਸੁਣੇ ਨਹੀਂ ਜਾ ਸਕਦੇ। ਇਸ ਤੋਂ ਇਲਾਵਾ ਹੋਰ ਸਾਧਨ ਹੁੰਦੇ ਹਨ, ਜਿਵੇਂ ਮੰਨ ਲਓ ਇਹ ਤਾਂ ਹੋ ਗਿਆ ਦੇਖਣ ਵਾਲੇ। ਕਈ ਸਾਧਨ ਜਿਵੇਂ ਰੇਡੀਓ ਹੈ, ਟੇਪ ਰਿਕਾਰਡਰ ਹੈ, ਕੇਵਲ ਸੁਣੇ ਜਾ ਸਕਦੇ ਹਨ, ਤਾਂ ਉਹਨਾਂ ਨੂੰ ਕੀ ਕਹਿੰਦੇ ਹਨ? ਕੇਵਲ ਸੁਣੇ ਜਾ ਸਕਣ ਵਾਲੇ। ਕੇਵਲ ਸੁਣੇ ਜਾ ਸਕਣ ਵਾਲੇ। ਦੂਜੇ ਪ੍ਰਕਾਰ ਦੇ ਹੋ ਗਏ, ਇੱਕ ਤਾਂ ਹੋ ਗਏ ਦੇਖਣ ਵਾਲੇ, ਇੱਕ ਹੋ ਗਏ ਕੇਵਲ ਸੁਣੇ ਜਾ ਸਕਣ ਵਾਲੇ, ਜਿਵੇਂ ਰੇਡੀਓ ਟੈਲੀਗ੍ਰਾਮ, ਜਿਹੜੇ ਅਸੀਂ ਇਕੱਲੇ ਰੇਡੀਓ ਟੇਪ ਰਿਕਾਰਡਰ, ਜਿਹੜੇ ਅਸੀਂ ਇਕੱਲੇ ਸੁਣ ਸਕਦੇ ਹਾਂ। ਇੱਕ ਪ੍ਰਕਾਰ ਦੇ ਹੋਰ ਹੈ, ਉਹ ਹੈ ਸੁਣੇ ਅਤੇ ਦੇਖੇ, ਦੋਵੇਂ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸੁਣਨ ਅਤੇ ਦੇਖਣ ਵਾਲੇ ਸਾਧਨ। ਸੁਣਨ ਅਤੇ ਦੇਖਣ ਵਾਲੇ ਸਾਧਨ, ਜਾਂ ਦੇਖਣ ਸੁਣਨ ਸਾਧਨ, ਜਾਂ ਸੁਣਨ ਦੇਖਣ ਸਾਧਨ ਅਸੀਂ ਕਹਿ ਸਕਦੇ ਹਾਂ। ਉਹ ਸੁਣੇ ਵੀ ਜਾ ਸਕਦੇ ਆ ਤੇ ਦੇਖੇ ਵੀ ਜਾ ਸਕਦੇ ਆ, ਦੋਨੇ ਕੰਮ ਉਹਦੇ ਵਿੱਚ ਹੋ ਜਾਂਦੇ ਹੈ। ਤਾਂ ਇੱਕ ਤਾਂ ਹੋ ਗਏ ਕੇਵਲ ਸੁਣੇ ਜਾ ਸਕਣ ਵਾਲੇ ਸਾਧਨ, ਇੱਕ ਦੇਖੇ ਜਾ ਸਕਣ ਵਾਲੇ ਸਾਧਨ, ਤੇ ਇੱਕ ਸੁਣੇ ਤੇ ਦੇਖੇ ਜਾ ਸਕਣ ਵਾਲੇ ਸਾਧਨ, ਜਿਨ੍ਹਾਂ ਨੂੰ ਅਸੀਂ ਸੁਣਨ ਦੇ ਨਾਲ ਨਾਲ ਦੇਖ ਵੀ ਸਕਦੇ ਹਾਂ। ਜਿਵੇਂ ਕਿ ਸਾਡਾ ਹੋ ਗਿਆ ਮੋਬਾਈਲ ਹੋ ਗਿਆ ਅੱਜ ਦੇ ਯੁੱਗ ਦੇ ਵਿੱਚ, ਤੇ ਅਸੀਂ ਕਹਿ ਸਕਦੇ ਹਾਂ ਟੈਲੀਵਿਜ਼ਨ ਜਾਂ ਕੰਪਿਊਟਰ ਹੈ, ਇਹਨੂੰ ਅਸੀਂ ਦੇਖਣ, ਇਹਦੀ ਆਵਾਜ਼ ਵੀ ਸੁਣ ਸਕਦੇ ਹਾਂ ਤੇ ਫੋਟੋ ਵੀ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ, ਵੀਡੀਓ ਇਹਦੇ ਵਿੱਚ ਚੱਲਦੀ ਰਹਿੰਦੀ ਹੈ। ਤਾਂ ਇਹ ਹੋ ਗਏ ਦੇਖਣ ਸੁਣਨ ਸਾਧਨ। ਹੁਣ ਅਸੀਂ ਦੇਖਾਂਗੇ ਅੱਗੇ, ਦੇਖਣ ਸੁਣਨ ਸਾਧਨਾਂ ਦੁਆਰਾ ਵਿਦਿਆਰਥੀਆਂ ਦੇ ਨੇਤਰ ਅਤੇ ਕੰਨਾਂ ਨੂੰ, ਇਸ ਚੀਜ਼ ਨੂੰ ਅਸੀਂ ਯਾਦ ਰੱਖਣਾ ਹੈ, ਨੇਤਰ ਅਤੇ ਕੰਨਾਂ ਨੂੰ ਵਧੇਰੇ ਕਿਰਿਆਸ਼ੀਲ, ਵਧੇਰੇ ਦਾ ਭਾਵ ਜ਼ਿਆਦਾ ਹੁੰਦਾ, ਜ਼ਿਆਦਾ ਕਿਰਿਆਸ਼ੀਲ, ਕਿਰਿਆ ਕਰਨਾ, ਤੇ ਚੁਸਤ, ਬੱਚੇ ਨੂੰ ਉਹਦੇ ਪ੍ਰਤੀ ਚੁਸਤੀ ਵੀ ਹੋ ਜਾਂਦੀ ਹੈ। ਦੇਖਣ ਨੂੰ ਕੀ ਹੁੰਦਾ? ਲਾਲਾਇਤ ਹੋ ਜਾਂਦਾ ਉਹ। ਚੁਸਤ ਬਣਾ ਕੇ ਸਿੱਖਿਆ ਨੂੰ ਵਧੇਰੇ ਸੌਖਾ ਤੇ ਸਰਲ ਬਣਾਇਆ ਜਾਂਦਾ ਹੈ। ਇਹ ਚੀਜ਼ ਗੌਰ ਕਰਨਯੋਗ ਹੈ ਕਿ ਇਹਦੇ ਨਾਲ ਨੇਤਰ ਤੇ ਕੰਨ ਦੋਨੇ ਇੰਦਰੀਆਂ ਹਨ, ਜੋ ਗਿਆਨ ਇੰਦਰੀਆਂ, ਦੋਨਾਂ ਦਾ ਪ੍ਰਯੋਗ ਹੁੰਦਾ ਹੈ ਤੇ ਉਹ ਜ਼ਿਆਦਾ ਕਿਰਿਆਸ਼ੀਲ ਹੋ ਜਾਂਦੇ ਹਨ। ਜ਼ਿਆਦਾ ਕਿਰਿਆਸ਼ੀਲ ਹੋਣ ਨਾਲ ਕੀ ਹੁੰਦਾ ਹੈ? ਸਿੱਖਿਆ ਦਾ ਕਾਰਜ ਹੈ ਜਿਹੜਾ ਸੌਖਾ ਤੇ ਸਰਲ ਹੋ ਜਾਂਦਾ ਹੈ। ਇੱਕ ਤਾਂ ਅਸੀਂ ਹੈ ਵੀ ਪੜ੍ਹਨਾ ਇਕੱਲੀ ਚੀਜ਼ ਦੇਖਣੀ, ਇੱਕ ਅਸੀਂ ਦੇਖਣਾ ਵੀ ਤੇ ਨਾਲ ਨਾਲ ਸੁਣਨਾ ਵੀ। ਉਸ ਚੀਜ਼ ਨਾਲ ਕੀ ਹੋ ਜਾਂਦਾ ਹੈ? ਗਿਆਨ ਇੰਦਰੀਆਂ ਦਾ ਵੱਧ ਪ੍ਰਯੋਗ ਕੀਤਾ ਜਾ ਸਕਦਾ ਹੈ, ਜਿਹਦੇ ਨਾਲ ਸਿੱਖਣ ਦਾ ਕਾਰਜ ਸੌਖਾ ਹੋ ਸਕਦਾ ਹੈ, ਹੋ ਜਾਂਦਾ ਹੈ। ਹੁਣ ਉਸ ਤੋਂ ਬਾਅਦ ਅਸੀਂ ਅੱਗੇ ਦੇਖਾਂਗੇ ਹੋਰ ਕੀ ਵਿਸ਼ੇਸ਼ਤਾ ਹੈ ਦੇਖਣ ਸੁਣਨ ਸਾਧਨਾਂ ਦੀ। ਅਧਿਆਪਕ ਪੜ੍ਹਾਉਣ ਸਮੇਂ ਆਪਣੇ ਵਿਦਿਆਰਥੀਆਂ ਵਿੱਚ ਉਤਸੁਕਤਾ ਜਗਾ ਸਕਦਾ ਹੈ। ਕੀ ਜਗਾ ਸਕਦਾ ਹੈ? ਉਤਸੁਕਤਾ। ਉਤਸੁਕਤਾ ਦਾ ਭਾਵ ਹੈ ਸਿੱਖਣ ਦੀ ਜਿਗਿਆਸਾ, ਜ਼ਿਆਦਾ ਭਾਵ ਸਿੱਖਣ ਦੇ ਪ੍ਰਤੀ ਬੱਚਾ ਜ਼ਿਆਦਾ ਜਾਗਰਤ ਹੋ ਜਾਂਦਾ ਹੈ। ਤਾਂ ਉਤਸੁਕਤਾ ਸਿੱਖਣ ਦੀ ਆ ਜਾਂਦੀ ਹੈ ਬੱਚੇ 'ਚ, ਕਿਹਦੇ ਨਾਲ? ਦੇਖਣ ਸੁਣਨ ਸਾਧਨਾਂ ਦੇ ਪ੍ਰਯੋਗ ਕਰਨ ਨਾਲ। ਦੇਖਣ ਸੁਣਨ ਸਾਧਨਾਂ ਦਾ ਜਦੋਂ ਪ੍ਰਯੋਗ ਕਰਦਾ ਹੈ ਅਧਿਆਪਕ, ਦੇਖੋ ਇਹਨਾਂ ਨਾਲ ਅਧਿਆਪਨ ਦੇ ਵਿੱਚ ਕੀ ਹੈ? ਰੋਚਕਤਾ ਆ ਜਾਂਦੀ ਹੈ। ਤੇ ਅਧਿਆਪਨ ਕਰਵਾਉਂਦਾ ਹੈ ਜਦੋਂ ਕੋਈ ਵੀ ਅਧਿਆਪਕ ਰੋਚਕ ਤਰੀਕੇ ਨਾਲ, ਜਿਵੇਂ ਕੋਈ ਸਾਧਨ ਦਿਖਾ ਦਿੱਤਾ, ਮੰਨ ਲਓ ਬੱਚੇ ਨੂੰ ਕਿਸੇ ਦੇਖਣ ਸੁਣਨ ਸਾਧਨ ਕੋਈ ਅੱਛਾ ਪ੍ਰਭਾਵੀ, ਜਿਵੇਂ ਚਾਰਟ ਬਣਾ ਲਿਆ ਗਿਆ ਰੰਗਾਂ ਵਾਲਾ ਜਾਂ ਅੱਛਾ, ਜਿਵੇਂ ਛੋਟੇ ਬੱਚੇ ਨੂੰ ਦੇਖ ਕੇ ਕੀ ਹੈ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ, ਉਤਸੁਕ ਹੋ ਜਾਂਦੇ ਦੇਖਣ ਵਾਸਤੇ, ਤੇ ਉਹ ਨਾ ਪੂਰੀ ਗੌਰ ਦੇ ਨਾਲ ਉਸ ਚੀਜ਼ ਨੂੰ ਪੜ੍ਹਦੇ ਆ, ਜੋ ਕਿ ਸਿੱਧਾ ਉਹਨਾਂ ਨੂੰ ਜੇ ਪੜ੍ਹਾਇਆ ਜਾਵੇ ਉਹਦੇ ਨਾਲੋਂ ਜ਼ਿਆਦਾ ਕਾਰਗਰ ਹੈ। ਜਾਂ ਕੋਈ ਹੋਰ ਚੀਜ਼ ਸੁਣਾਈ ਜਾਂਦੀ ਹੈ, ਮੰਨ ਲਓ ਰਿਕਾਰਡ ਕਰਕੇ, ਜਾਂ ਇਹਦੇ ਨਾਲ ਕੀ ਹੈ ਪ੍ਰਯੋਗ ਹੁੰਦੇ ਆ ਸਿੱਖਿਆ ਦੇ ਵਿੱਚ, ਤੇ ਬੱਚੇ ਕੀ ਹੈ ਜ਼ਿਆਦਾ ਉਤਸੁਕ ਹੋ ਕੇ ਜ਼ਿਆਦਾ ਸਿੱਖਦੇ ਆ। ਉਸ ਤੋਂ ਬਾਅਦ ਕੀ ਹੈ? ਔਖੇ ਤੋਂ ਔਖੇ ਵਿਸ਼ੇ ਨੂੰ, ਜਿਵੇਂ ਕੋਈ ਵੀ ਔਖੀ ਚੀਜ਼ ਹੈ ਪੜ੍ਹਾਉਣ ਲਈ ਵਿਦਿਆਰਥੀਆਂ ਦਾ ਨੂੰ ਅਸੀਂ ਜੋ ਪੜ੍ਹਾ ਰਹੇ ਹਾਂ, ਉਹਨੂੰ ਸਰਲ, ਸਪਸ਼ਟ ਤੇ ਦਿਲਚਸਪ ਬਣਾ ਸਕਦਾ ਹੈ। ਕੌਣ ਬਣਾ ਸਕਦਾ? ਅਧਿਆਪਕ। ਕਿਹਦੇ ਰਾਹੀਂ? ਦੇਖਣ ਸੁਣਨ ਸਾਧਨਾਂ ਦੇ ਪ੍ਰਯੋਗ ਰਾਹੀਂ। ਤਾਂ ਹੁਣ ਅਸੀਂ ਇਹ ਗੱਲ ਸਮਝ ਗਏ ਵੀ ਇੱਕ ਤਾਂ ਅਸੀਂ ਸਿੱਧਾ ਹੀ ਵਿਦਿਆਰਥੀ ਨੂੰ ਕੋਈ ਕਿਤਾਬ ਰਾਹੀਂ ਪੜ੍ਹਾ ਰਹੇ ਹਾਂ, ਜਿਵੇਂ ਸਾਡੀ ਪੁਰਾਤਨ ਸਿੱਖਿਆ ਪ੍ਰਣਾਲੀ ਸੀ, ਕਿਹਦੇ ਰਾਹੀਂ ਪੜ੍ਹਾ ਰਹੇ ਸੀ? ਕਿਤਾਬ ਰਾਹੀਂ। ਇੱਕ ਅਧਿਆਪਕ ਕਿਵੇਂ ਪੜ੍ਹਾਉਂਦਾ ਹੈ ਵਿਦਿਆਰਥੀਆਂ ਨੂੰ? ਨਵੇਂ ਤਰੀਕਿਆਂ ਦੇ ਨਾਲ। ਮੰਨ ਲਓ ਕਲਾਸ ਦੇ ਵਿੱਚ ਰੇਡੀਓ ਨੂੰ ਲੈ ਕੇ ਗਿਆ, ਰੇਡੀਓ ਦੇ ਵਿੱਚ ਕੁਝ ਪ੍ਰੋਗਰਾਮ ਦਿਖਾਏ ਜੋ ਬਹੁਤ ਰੋਚਕ ਹੁੰਦੇ ਹਨ,
ਤਾਂ ਵਿਦਿਆਰਥੀ ਉਹਦੇ ਵੱਲ ਖਿੱਚੇ ਚਲੇ ਜਾਂਦੇ ਹਨ ਤੇ ਜ਼ਿਆਦਾ ਸਿੱਖਦੇ ਹਨ। ਤਾਂ ਉਹ ਤਰੀਕਾ ਜ਼ਿਆਦਾ ਬੈਸਟ ਹੈ, ਜਾਂ ਹੋਰ ਵੀ ਕੋਈ ਸਾਧਨ ਹੈ ਜਿਨ੍ਹਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਸਿਰਫ ਜਿਵੇਂ ਆਪਾਂ ਕਹਿ ਲਈਏ ਕਿਤਾਬ ਰਾਹੀਂ ਪੜ੍ਹਾਇਆ ਜਾਂਦਾ ਸੀ, ਜਾਂ ਜ਼ਿਆਦਾ ਤੋਂ ਜ਼ਿਆਦਾ ਬਲੈਕ ਬੋਰਡ ਦਾ ਪ੍ਰਯੋਗ ਹੋ ਜਾਂਦਾ ਸੀ। ਤਾਂ ਅੱਜ ਕੱਲ੍ਹ ਕੀ ਹੈ, ਨਵੇਂ ਤੋਂ ਨਵੇਂ ਅਜਿਹੇ ਸਾਧਨ ਹਨ ਜਿਨ੍ਹਾਂ ਦਾ ਪ੍ਰਯੋਗ ਕਰਕੇ ਵਿਦਿਆਰਥੀ ਦੇ ਸਿੱਖਣ ਨੂੰ ਰੋਚਕ ਬਣਾਇਆ ਜਾ ਸਕਦਾ ਹੈ। ਜਦੋਂ ਰੋਚਕਤਾ ਪੈਦਾ ਹੋਊਗੀ ਤਾਂ ਨੀਰਸਤਾ ਘਟ ਜਾਂਦੀ ਹੈ, ਬੱਚਾ ਪੜ੍ਹਨ ਨੂੰ ਉਤਸੁਕ ਹੁੰਦਾ ਹੈ ਤੇ ਜ਼ਿਆਦਾ ਪੜ੍ਹਦਾ ਹੈ। ਤਾਂ ਅਸੀਂ ਦੇਖਣ ਸੁਣਨ ਸਾਧਨਾਂ ਦੇ ਵਿੱਚ ਔਖੀਆਂ ਤੋਂ ਔਖੀਆਂ ਚੀਜ਼ਾਂ ਵੀ ਬੱਚਿਆਂ ਨੂੰ ਕੀ ਕਰਦੇ ਹਨ, ਦਿਲਚਸਪ ਬਣਾ ਕੇ, ਰੋਚਕ ਬਣਾ ਕੇ, ਚੰਗੀ ਤਰ੍ਹਾਂ ਪੇਸ਼ ਕਰਕੇ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਸਫਲ ਹੋ ਸਕਦੇ ਹਨ, ਜਿਹਦੇ ਨਾਲ ਬੱਚੇ ਕੀ ਹੈ ਜ਼ਿਆਦਾ ਸਿੱਖਦੇ ਹੈ ਤੇ ਛੇਤੀ ਸਿੱਖਦੇ ਹੈ। ਬੱਚਿਆਂ ਦਾ ਉਹ ਇੱਕ ਮਨੋਵਿਗਿਆਨਿਕ ਤਰੀਕਾ ਹੈ ਸਿਖਾਉਣ ਦਾ ਕਿ ਬੱਚੇ ਉਹਦੇ ਪ੍ਰਤੀ ਉਤਸੁਕ ਹੋ ਜਾਂਦੇ ਹਨ। ਤਾਂ ਹੁਣ ਇਸ ਤੋਂ ਬਾਅਦ ਅਸੀਂ ਪੜਾਂਗੇ ਦੇਖਣ ਸੁਣਨ ਸਾਧਨਾਂ ਦਾ ਵੇਰਵਾ। ਅਰਥ ਅਸੀਂ ਪੜ੍ਹ ਚੁੱਕੇ ਹਾਂ। ਦੇਖਣ ਸੁਣਨ ਸਾਧਨਾਂ ਦਾ ਵੇਰਵਾ ਦਾ ਮਤਲਬ ਹੈ ਕਿ ਦੇਖਣ ਸੁਣਨ ਸਾਧਨ ਕਿਹੜੇ ਕਿਹੜੇ ਹਨ ਤੇ ਉਹਨਾਂ ਦਾ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਦੇਖਣ ਸੁਣਨ ਸਾਧਨ ਹਨ ਜਿਨ੍ਹਾਂ ਨੂੰ ਅਸੀਂ 3 ਭਾਗਾਂ ਦੇ ਵਿੱਚ ਦੇਖ ਸਕਦੇ ਹਾਂ। ਕਿਹੜੇ ਕਿਹੜੇ ਭਾਗਾਂ ਦੇ ਵਿੱਚ ਦੇਖਾਂਗੇ ਅਸੀਂ? ਇੱਕ ਤਾਂ ਹੈ ਕੇਵਲ ਸੁਣਨ ਵਾਲੇ ਸਾਧਨ। ਕੇਵਲ ਸੁਣਨ ਵਾਲੇ ਸਾਧਨਾਂ ਦਾ ਮਤਲਬ ਹੈ ਜਿਹੜੇ ਕੇਵਲ ਸੁਣੇ ਜਾ ਸਕਦੇ ਹਨ, ਦੇਖੇ ਨਹੀਂ ਜਾ ਸਕਦੇ। ਉਸ ਤੋਂ ਇਲਾਵਾ ਦੂਜਾ ਪ੍ਰਕਾਰ ਹੈ ਜਿਹੜਾ ਕੇਵਲ ਦੇਖਣ ਸਹਾਇਕ ਸਾਧਨ। ਜਿਹੜੇ ਸਾਧਨ ਕੇਵਲ ਦੇਖੇ ਜਾ ਸਕਦੇ ਹਨ ਪਰ ਸੁਣੇ ਨਹੀਂ ਜਾ ਸਕਦੇ, ਉਹ ਹੈ ਕੇਵਲ ਦੇਖਣ ਸਹਾਇਕ ਸਾਧਨ। ਤੇ ਉਸ ਤੋਂ ਇਲਾਵਾ ਤੀਜਾ ਪ੍ਰਕਾਰ ਹੈ ਦੇਖਣ ਸੁਣਨ ਸਹਾਇਕ ਸਾਧਨ। ਇਹ ਉਹ ਹਨ ਜਿਹੜੇ ਦੇਖੇ ਵੀ ਜਾ ਸਕਦੇ ਹੈ ਤੇ ਸੁਣੇ ਵੀ ਜਾ ਸਕਦੇ ਹੈ, ਦੋਵੇਂ ਕੰਮ ਹੋ ਸਕਦੇ ਹੈ। ਇਹ ਹੈ ਦੇਖਣ ਸੁਣਨ ਸਹਾਇਕ ਸਾਧਨ, ਜਿਨ੍ਹਾਂ ਨੂੰ ਅਸੀਂ ਸੁਣ ਵੀ ਸਕਦੇ ਹਾਂ ਤੇ ਦੇਖ ਵੀ ਸਕਦੇ ਹਾਂ। ਹੁਣ ਪਹਿਲੇ ਪ੍ਰਕਾਰ ਹੈ ਸਾਡਾ ਕੇਵਲ ਸੁਣਨ ਵਾਲੇ ਸਾਧਨ। ਇਹ ਕਿਹੜੇ ਕਿਹੜੇ ਹਨ ਇਹ ਅਸੀਂ ਪਹਿਲਾਂ ਪੜਾਂਗੇ। ਤਾਂ ਕੇਵਲ ਸੁਣਨ ਵਾਲੇ ਸਾਧਨ ਕਿਹੜੇ ਕਿਹੜੇ ਹਨ? ਰੇਡੀਓ, ਟੇਪ ਰਿਕਾਰਡ, ਗ੍ਰਾਮੋਫੋਨ ਤੇ ਲਿੰਗੁਆਫੋਨ। ਇਹ ਚਾਰੇ ਸਾਧਨ ਹਨ ਜਿਹੜੇ ਇਹ ਕੇਵਲ ਸੁਣੇ ਜਾ ਸਕਦੇ ਹਨ। ਕੀ ਕੀਤੇ ਜਾ ਸਕਦੇ ਹਨ? ਕੇਵਲ ਸੁਣੇ ਜਾ ਸਕਦੇ ਹਨ। ਦੇਖਣ ਦਾ ਇਹਨਾਂ ਦੇ ਵਿੱਚ ਕੋਈ ਸਿਸਟਮ ਨਹੀਂ ਹੁੰਦਾ। ਇਹਨਾਂ ਦਾ ਸਿੱਖਣ ਦੀ ਪ੍ਰਕਿਰਿਆ ਇਹਨਾਂ ਦੇ ਮਾਧਿਅਮ ਰਾਹੀਂ ਵਿਦਿਆਰਥੀ ਕੇਵਲ ਸੁਣ ਕੇ ਕਰ ਸਕਦੇ ਹਨ। ਇਹ ਕੇਵਲ ਸੁਣਨ ਸਹਾਇਕ ਸਾਧਨ ਦੇ ਰੂਪ ਵਿੱਚ ਅਸੀਂ ਵਰਤ ਸਕਦੇ ਹਾਂ। ਤਾਂ ਸਭ ਤੋਂ ਪਹਿਲਾ ਸਾਧਨ ਹੈ ਰੇਡੀਓ। ਰੇਡੀਓ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਰੇਡੀਓ ਬਹੁਤ ਸਮੇਂ ਤੋਂ ਭਾਵ ਬਹੁਤ ਪੁਰਾਣਾ ਸੁਣਨ ਸਾਧਨ ਹੈ। ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਸਭ ਜਾਣਦੇ ਹੋ ਇਹ ਕੀ ਸੀ, ਇੱਕ ਮਨੋਰੰਜਨ ਦਾ ਸਾਧਨ ਵੀ ਸੀਗਾ, ਜਾਂ ਕੋਈ ਵੀ ਸਮਾਚਾਰ ਸੂਚਨਾ ਇਸ ਰਾਹੀਂ ਰੇਡੀਓ ਰਾਹੀਂ ਹੀ ਸਾਨੂੰ ਮਿਲਦੀ ਸੀ। ਜਦੋਂ ਪੁਰਾਣੇ ਸਮਿਆਂ ਦੇ ਵਿੱਚ ਟੀਵੀ ਵੀ, ਟੈਲੀਵਿਜ਼ਨ ਵੀ ਨਹੀਂ ਹੁੰਦਾ ਸੀ, ਜਾਂ ਹੋਰ ਵੀ ਸਾਧਨ ਨਹੀਂ ਹੁੰਦੇ ਸੀ। ਅੱਜ ਦੇ ਸਮੇਂ ਵਿੱਚ ਤਾਂ ਹੋਰ ਬਹੁਤ ਤਕਨੀਕੀ ਸਾਧਨ ਆ ਗਏ ਹਨ ਜਿਨ੍ਹਾਂ ਰਾਹੀਂ ਅਸੀਂ ਸੰਚਾਰ ਕਰ ਸਕਦੇ ਹਾਂ, ਜਾਂ ਸਾਨੂੰ ਕੋਈ ਚੀਜ਼ਾਂ ਦੀ ਸੂਚਨਾ ਮਿਲ ਸਕਦੀ ਹੈ, ਜਾਂ ਮਨੋਰੰਜਨ ਕਰ ਸਕਦੇ ਹਾਂ। ਤਾਂ ਰੇਡੀਓ ਨੂੰ ਤੁਸੀਂ ਚੰਗੀ ਤਰ੍ਹਾਂ ਸਾਰੇ ਜਾਣਦੇ ਹੋ, ਸਭ ਨੇ ਰੇਡੀਓ ਦੇਖਿਆ ਵੀ ਹੋਣਾ। ਬਹੁਤ ਘਰਾਂ ਵਿੱਚ ਤਾਂ ਅਸੀਂ ਨਹੀਂ ਕਹਿ ਸਕਦੇ, ਪਰ ਥੋੜੇ ਘਰਾਂ ਵਿੱਚ ਕਿਸੇ ਨਾ ਕਿਸੇ ਬੰਦੇ ਕੋਲੇ ਅੱਜ ਵੀ ਰੇਡੀਓ ਹੈ। ਤੇ ਰੇਡੀਓ ਕਈ ਬੰਦੇ ਅੱਜ ਕੱਲ੍ਹ ਹੈ ਜੋ ਪੁਰਾਣੇ ਬੰਦੇ ਹੈ, ਕੋਈ ਨਾ ਕੋਈ ਸੁਣਦਾ ਵੀ ਹੈ ਅੱਜ ਦੇ ਸਮੇਂ ਵਿੱਚ ਵੀ, ਪਰ ਬਹੁਤ ਜ਼ਿਆਦਾ ਨਹੀਂ ਹੈ। ਇਹਦੀ ਵਰਤੋਂ ਬਹੁਤ ਘਟ ਗਈ ਹੈ। ਰੇਡੀਓ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋਵੋਗੇ, ਇਹਨੂੰ ਪੰਜਾਬੀ ਦੇ ਵਿੱਚ ਰੇਡੂਆ ਵੀ ਕਹਿ ਦਿੱਤਾ ਜਾਂਦਾ ਹੈ। ਤਾਂ ਇਹ ਰੇਡੀਓ ਸਾਧਨ ਹੈ। ਇਹਦਾ ਸਿੱਖਿਆ ਦੇ ਵਿੱਚ ਪ੍ਰਯੋਗ ਕਿਵੇਂ ਲਿਆ ਜਾ ਸਕਦਾ ਹੈ? ਸਿੱਖਿਆ ਵਿੱਚ ਅਸੀਂ ਲੈ ਸਕਦੇ ਹਾਂ ਜਿਵੇਂ ਇਹਦੇ ਤੇ ਕਈ ਭਾਸ਼ਾ ਸੰਬੰਧੀ ਜਾਂ ਕਿਸੇ ਵੀ ਵਿਸ਼ੇ ਤੋਂ ਸੰਬੰਧਿਤ ਕੁਝ ਪ੍ਰਸਾਰਣ ਹੁੰਦਾ ਹੈ, ਕੁਝ ਨਾ ਕੁਝ ਵਿਸ਼ਿਆਂ ਦਾ ਕੁਝ ਸਮੱਗਰੀ ਪ੍ਰਸਾਰਿਤ ਕੀਤੀ ਜਾਂਦੀ ਹੈ, ਤੇ ਉਹ ਸਮੱਗਰੀ ਅਸੀਂ ਬੱਚਿਆਂ ਨੂੰ ਸੁਣਾ ਸਕਦੇ ਹਾਂ। ਸਕੂਲ ਦੇ ਵਿੱਚ ਵੀ, ਕਲਾਸ ਦੇ ਵਿੱਚ ਵੀ ਸਾਰੇ ਬੱਚਿਆਂ ਨੂੰ ਬਿਠਾ ਕੇ ਜੋ ਚੰਗੀ ਸਮੱਗਰੀ ਫਿਕਸ ਟਾਈਮ ਤੇ ਆਉਂਦੀ ਹੈ ਜੋ ਵਿਦਿਆਰਥੀਆਂ ਲਈ ਭਾਸ਼ਾ ਸੰਬੰਧੀ ਜਾਂ ਹੋਰ ਕੁਝ ਵੀ, ਉਹ ਬੱਚਿਆਂ ਨੂੰ ਸੁਣਾ ਕੇ ਜਿਹਦੇ ਨਾਲ ਬੱਚਿਆਂ ਦੀ ਰੁਚੀ ਵੀ ਬਣੀ ਰਹਿੰਦੀ ਹੈ, ਤਾਂ ਉਹਦੇ ਨਾਲ ਇਹ ਫਾਇਦਾ ਚੁੱਕ ਸਕਦੇ ਹਨ ਵਿਦਿਆਰਥੀ। ਤਾਂ ਰੇਡੀਓ ਇੱਕ ਸੁਣਨ ਸਹਾਇਕ ਸਾਧਨ ਦੇ ਰੂਪ ਵਿੱਚ ਸਕੂਲ ਦੇ ਵਿੱਚ ਬੱਚਿਆਂ ਨੂੰ ਸਿੱਖਣ ਕਾਰਜ ਕਰਵਾਉਣ ਲਈ ਅਧਿਆਪਕ ਦੁਆਰਾ ਵਰਤਿਆ ਜਾ ਸਕਦਾ ਹੈ। ਤਾਂ ਅਸੀਂ ਰੇਡੀਓ ਨੂੰ ਚੰਗੀ ਤਰ੍ਹਾਂ ਸਮਝ ਲਿਆ ਕਿ ਇਹ ਕੇਵਲ ਸੁਣਨ ਸਹਾਇਕ ਸਾਧਨ ਹੈ, ਇਸ ਬਾਰੇ ਅਸੀਂ ਜਾਣਦੇ ਹਾਂ। ਉਸ ਤੋਂ ਬਾਅਦ ਹੈ ਟੇਪ ਰਿਕਾਰਡ। ਹੁਣ ਟੇਪ ਰਿਕਾਰਡ ਕੀ ਹੈ? ਟੇਪ ਰਿਕਾਰਡ ਬਾਰੇ ਅਸੀਂ ਦੇਖਦੇ ਹਾਂ। ਟੇਪ ਰਿਕਾਰਡ ਇੱਕ ਪ੍ਰਕਾਰ ਨਾਲ ਅਸੀਂ ਕਹਿ ਸਕਦੇ ਹਾਂ ਰੇਡੀਓ ਦਾ ਸੁਧਰਿਆ ਹੋਇਆ ਰੂਪ। ਰੇਡੀਓ ਦਾ
ਸੁਧਰਿਆ ਹੋਇਆ ਰੂਪ ਕਹਿ ਸਕਦੇ ਹਾਂ ਅਸੀਂ, ਜਾਂ ਆਧੁਨਿਕ ਰੂਪ ਕਹਿ ਸਕਦੇ ਹਾਂ ਰੇਡੀਓ ਦਾ। ਕਿਉਂਕਿ ਰੇਡੀਓ ਦੇ ਵਿੱਚ ਇੱਕ ਚੀਜ਼ ਸੀ ਕਿ ਇਹਦੇ ਵਿੱਚ ਜੋ ਚੀਜ਼ ਪ੍ਰਸਾਰਿਤ ਕਰੀ ਜਾਂਦੀ ਸੀ ਅਸੀਂ ਉਹੀ ਸੁਣ ਸਕਦੇ ਸੀ। ਦੁਬਾਰਾ ਜਿਵੇਂ ਇੱਕ ਚੀਜ਼ ਪ੍ਰਸਾਰਿਤ ਹੋ ਗਈ, ਦੁਬਾਰੇ ਸੁਣਨ ਦੀ ਇਹਦੇ ਵਿੱਚ ਸਾਡੇ ਕੋਲੇ ਕੋਈ ਫੈਸਿਲਿਟੀ ਹੈ ਨਹੀਂ ਸੀ। ਪਰ ਉਦੋਂ ਬਾਅਦ ਕੀ ਹੋਇਆ, ਟੈਪ ਰਿਕਾਰਡ ਦੇ ਵਿੱਚ ਇੱਕ ਸਿਸਟਮ ਇਹ ਜਿਹਾ ਹੈ ਸੀ। ਟੈਪ ਰਿਕਾਰਡ ਇੱਕ ਕੰਮ ਇਹ ਆਉਂਦਾ ਸੀ ਕਿ ਟੈਪ ਰਿਕਾਰਡ 'ਚ ਕੋਈ ਵੀ ਚੀਜ਼ ਰਿਕਾਰਡ ਕਰੀ ਜਾ ਸਕਦੀ ਹੈ। ਕੀ ਕਰੀ ਜਾ ਸਕਦੀ ਹੈ? ਕੋਈ ਵੀ ਟੇਪ ਰਿਕਾਰਡ ਕਰੀ ਜਾ ਸਕਦੀ ਹੈ। ਰਿਕਾਰਡ ਕਰਨ ਤੋਂ ਬਾਅਦ ਅਸੀਂ ਉਸ ਨੂੰ ਸੁਣ ਸਕਦੇ ਹਾਂ। ਵਿਦਿਆਰਥੀਆਂ ਨੂੰ ਜਿਵੇਂ ਸਿੱਖਿਆ ਵਿੱਚ ਕਿੰਨੇ ਵਾਰ ਵੀ ਵਾਰ-ਵਾਰ ਸੁਣਾ ਸਕਦੇ ਹਾਂ, ਰਿਕਾਰਡਿੰਗ ਹੋ ਜਾਂਦੀ ਹੈ। ਤਾਂ ਇਹ ਵੀ ਇੱਕ ਫਾਇਦਾ ਹੋ ਗਿਆ ਕਿ ਰੇਡੀਓ ਦਾ ਕੋਈ ਵੀ ਪ੍ਰੋਗਰਾਮ ਜੇਕਰ ਆਉਂਦਾ ਸੀ ਤਾਂ ਉਹਨੂੰ ਰਿਕਾਰਡ ਕਰਕੇ ਰੱਖ ਲਿਆ ਜਾ ਸਕਦਾ ਸੀ, ਜਿਹੜਾ ਵਿਦਿਆਰਥੀਆਂ ਦੇ ਕੰਮ ਲਿਆ ਜਾ ਸਕੇ। ਤਾਂ ਟੇਪ ਰਿਕਾਰਡ ਸਾਧਨ ਹੋ ਗਿਆ ਕਿ ਇਹਦੇ ਵਿੱਚ ਰਿਕਾਰਡ ਕੀਤਾ ਜਾਂਦਾ ਸੀ। ਕੋਈ ਵੀ ਚੰਗੀ ਸਮੱਗਰੀ ਜਾਂ ਚੰਗੇ ਕੋਈ ਵੀ ਵਕਤਾ ਦੀ ਅਸੀਂ ਰੱਖ ਲਈ, ਜਾਂ ਚੰਗੇ ਭਾਸ਼ਾ ਵਿਗਿਆਨੀ ਦੀ ਕੋਈ ਵੀ ਚੀਜ਼ ਰਿਕਾਰਡ ਕਰ ਲਈ, ਅਸੀਂ ਭਾਸ਼ਣ ਰਿਕਾਰਡ ਕਰ ਲਿਆ, ਚੰਗੀਆਂ ਚੀਜ਼ਾਂ ਰਿਕਾਰਡ ਕਰਕੇ ਵਿਦਿਆਰਥੀਆਂ ਨੂੰ ਬਾਰ-ਬਾਰ ਸੁਣਾਈਆਂ ਜਾ ਸਕਦੀਆਂ ਸੀ, ਜਿਨ੍ਹਾਂ ਨਾਲ ਉਹਨਾਂ ਨੂੰ ਕੀ ਲਾਭ ਮਿਲ ਜਾਂਦਾ ਸੀ। ਤਾਂ ਸਿੱਖਿਆ ਦੇ ਵਿੱਚ ਬਹੁਤ ਸਹਾਇਕ ਸੀ ਸਾਧਨ। ਇਹਦੇ ਨਾਲ ਜਿਵੇਂ ਬੱਚਿਆਂ ਦੀ ਵੀ ਕੋਈ ਚੀਜ਼ ਉਚਾਰਨ ਪੜ੍ਹ ਰਹੇ ਹੈ ਤਾਂ ਉਹਨੂੰ ਰਿਕਾਰਡ ਕੀਤਾ ਜਾਂਦਾ ਸੀ, ਫਿਰ ਉਸ ਨੂੰ ਸੁਣਾਇਆ ਜਾਂਦਾ ਸੀ, ਜਿਹਦੇ ਨਾਲ ਬੱਚਿਆਂ ਦੇ ਉਚਾਰਨ ਦੋਸਾਂ 'ਚ ਵੀ ਸੁਧਾਰ ਕੀਤਾ ਜਾ ਸਕਦਾ ਸੀ। ਜਾਂ ਅਧਿਆਪਕ ਕੀ ਕਰਦਾ ਸੀ, ਕਿਸੇ ਚੀਜ਼ ਨੂੰ ਰਿਕਾਰਡ ਕਰਕੇ ਅਧਿਆਪਕ ਤੇ ਕਲਾਸ ਦੇ ਵਿੱਚ ਉਸ ਚੀਜ਼ ਨੂੰ ਬੱਚਿਆਂ ਨੂੰ ਬਾਰ-ਬਾਰ ਸੁਣਾ ਕੇ ਉਸ ਦਾ ਫਾਇਦਾ ਦੇ ਸਕਦਾ ਸੀ। ਉਸ ਤੋਂ ਬਾਅਦ ਹੈ ਗ੍ਰਾਮੋਫੋਨ। ਗ੍ਰਾਮੋਫੋਨ ਦੇ ਵਿੱਚ ਅਸੀਂ ਪੜਾਂਗੇ ਗ੍ਰਾਮੋਫੋਨ ਕੀ ਚੀਜ਼ ਹੈ। ਗ੍ਰਾਮੋਫੋਨ ਦੇ ਵਿੱਚ ਕੋਈ ਵੀ ਚੀਜ਼ ਨੂੰ ਰਿਕਾਰਡ ਨਹੀਂ ਕੀਤਾ ਜਾ ਸਕਦਾ। ਕੀ ਨਹੀਂ ਕੀਤਾ ਜਾ ਸਕਦਾ? ਇਹ ਫੈਸਿਲਿਟੀ ਨਹੀਂ ਹੁੰਦੀ। ਜਿਵੇਂ ਟੈਪ ਰਿਕਾਰਡ 'ਚ ਕਿਸੇ ਚੀਜ਼ ਨੂੰ ਰਿਕਾਰਡ ਕੀਤਾ ਜਾ ਸਕਦਾ ਸੀ, ਪਰ ਗ੍ਰਾਮੋਫੋਨ ਹੈ ਜਿਹੜਾ, ਇਹਦੇ ਵਿੱਚ ਕੋਈ ਚੀਜ਼ ਰਿਕਾਰਡ ਨਹੀਂ ਕੀਤੀ ਜਾ ਸਕਦੀ। ਇਹਦੇ 'ਚ ਕੀ ਹੈ, ਜੋ ਚੀਜ਼ਾਂ ਰਿਕਾਰਡ ਕਰੀਆਂ ਗਈਆਂ ਕਿਸੇ ਹੋਰ ਮਾਧਿਅਮ ਨਾਲ ਇਹਦੇ ਵਿੱਚ ਭਰੀਆਂ ਜਾ ਸਕਦੀਆਂ ਸੀ। ਉਹ ਚੀਜ਼ਾਂ ਭਰ ਕੇ ਜੋ ਚੀਜ਼ਾਂ ਰਿਕਾਰਡ ਕਰ ਲਈਆਂ, ਉਹ ਰਿਕਾਰਡ ਚੀਜ਼ਾਂ ਇਹਦੇ ਦੁਆਰਾ ਸੁਣੀਆਂ ਜਾ ਸਕਦੀਆਂ। ਤਾਂ ਇਹ ਜੋ ਗ੍ਰਾਮੋਫੋਨ ਸਾਧਨ ਹੈ ਇਹ ਵੀ ਸੁਣਨ ਸਹਾਇਕ ਸਾਧਨ ਹੈ। ਇੱਕ ਤਾਂ ਇਹਦੀ ਇਹ ਚੀਜ਼ ਯਾਦ ਰੱਖਣੀ ਹੈ ਅਸੀਂ, ਇੱਕ ਇਹਦੇ ਵਿੱਚ ਕੋਈ ਵੀ ਚੀਜ਼ ਜੋ ਰਿਕਾਰਡ ਅਸੀਂ ਕਰ ਲਈ ਜਾਂ ਕੋਈ ਵੀ ਰਿਕਾਰਡਿੰਗ ਵਿੱਚ ਭਰ ਲਈ, ਉਹ ਸੁਣੀ ਜਾ ਸਕਦੀ ਹੈ। ਵਿਦਿਆਰਥੀਆਂ ਨੂੰ ਸੁਣਾ ਕੇ ਉਹਦਾ ਫਾਇਦਾ ਦਿੱਤਾ ਜਾ ਸਕਦਾ ਹੈ। ਬਸ ਇਹ ਇਸ ਕੰਮ ਆਉਂਦਾ ਸੀ। ਹੁਣ ਟੇਪ ਰਿਕਾਰਡ ਤੇ ਗ੍ਰਾਮੋਫੋਨ ਦੇ ਵਿੱਚ ਕੀ ਫਰਕ ਹੈ? ਟੈਪ ਰਿਕਾਰਡ ਕਿਸੇ ਚੀਜ਼ ਨੂੰ ਰਿਕਾਰਡ ਕਰ ਸਕਦਾ ਹੈ, ਪਰ ਗ੍ਰਾਮੋਫੋਨ ਰਿਕਾਰਡ ਨਹੀਂ ਕਰ ਸਕਦਾ। ਜਿਹੜੀਆਂ ਚੀਜ਼ਾਂ ਇਹਦੇ 'ਚ ਭਰੀਆਂ ਗਈਆਂ ਉਹਨਾਂ ਨੂੰ ਸੁਣਾ ਸਕਦਾ ਹੈ। ਤੇ ਜ਼ਿਆਦਾਤਰ ਇਹਦੇ 'ਚ ਕਈ ਚੀਜ਼ਾਂ, ਇਹਦਾ ਜ਼ਿਆਦਾਤਰ ਪ੍ਰਯੋਗ ਸੰਗੀਤ ਸਿਖਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਜਾਂਦਾ ਹੈ। ਤਾਂ ਇਹ ਕੇਵਲ ਸੁਣਨ ਸਹਾਇਕ ਸਾਧਨ ਹੈ ਤੇ ਇਹਦੇ ਵਿੱਚ ਕੀ ਹੈ, ਰਿਕਾਰਡ ਭਰੀਆਂ ਹੋਈਆਂ ਚੀਜ਼ਾਂ ਨੂੰ ਵਿਦਿਆਰਥੀਆਂ ਨੂੰ ਸੁਣਾਇਆ ਜਾ ਸਕਦਾ ਹੈ। ਇਹ ਹੋ ਗਿਆ ਗ੍ਰਾਮੋਫੋਨ। ਹੁਣ ਉਸ ਤੋਂ ਬਾਅਦ ਹੈ ਲਿੰਗਵਾਫੋਨ। ਲਿੰਗਵਾਫੋਨ ਦੇ ਵਿੱਚ ਕੀ ਹੁੰਦਾ ਹੈ? ਲਿੰਗਵਾਫੋਨ ਤੇ ਗ੍ਰਾਮੋਫੋਨ 'ਚ ਕੋਈ ਬੜਾ ਜ਼ਿਆਦਾ ਫਰਕ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਗ੍ਰਾਮੋਫੋਨ ਵਰਗਾ ਹੀ ਲਿੰਗਵਾਫੋਨ ਹੈ, ਪਰ ਇਹਦੇ ਜ਼ਿਆਦਾਤਰ ਚੀਜ਼ਾਂ ਲਿੰਗਵਾਫੋਨ 'ਚ ਗ੍ਰਾਮੋਫੋਨ 'ਚ ਲਿੰਗਵਾਫੋਨ ਵਾਲੀਆਂ ਹੀ ਹੈ। ਪਰ ਲਿੰਗਵਾਫੋਨ 'ਚ ਅਲੱਗ ਤੋਂ ਕੀ ਹੈ, ਕਈ ਜਿਹੜੇ ਚੰਗੇ ਲਿੰਗਵਾਫੋਨ ਹਨ, ਕੀ ਹਨ, ਕਈ ਚੰਗੇ ਵਧੀਆ ਕੁਆਲਿਟੀ ਦੇ ਅਸੀਂ ਕਹਿ ਸਕਦੇ ਹਾਂ, ਉਹਨਾਂ ਵਿੱਚ ਕੀ ਹੈ, ਰਿਕਾਰਡਿੰਗ ਕਰਨ ਦਾ ਆਪਸ਼ਨ ਵੀ ਹੁੰਦਾ ਹੈ। ਭਾਵ ਉਹਨਾਂ 'ਚ ਰਿਕਾਰਡਿੰਗ ਵੀ ਹੋ ਸਕਦੀ ਹੈ, ਭਾਵ ਉਹ ਖੁਦ ਕਿਸੇ ਚੀਜ਼ ਨੂੰ ਰਿਕਾਰਡ ਕਰ ਸਕਦੇ ਹਨ। ਕਈ ਤਾਂ ਨਹੀਂ ਕਰ ਸਕਦੇ, ਗ੍ਰਾਮੋਫੋਨ ਦੇ ਵਰਗੇ ਹੀ ਹੁੰਦੇ ਹਨ। ਕਈ ਕੀ ਹੁੰਦੇ ਹਨ, ਟੈਪ ਰਿਕਾਰਡ ਵਾਂਗੂ ਕੀ ਕਰ ਸਕਦੇ ਹਨ, ਰਿਕਾਰਡਿੰਗ ਕਰ ਸਕਦੇ ਹਨ। ਤਾਂ ਇਹ ਜਿਹੜਾ ਸਾਧਨ ਹੈ ਗ੍ਰਾਮੋਫੋਨ ਨਾਲ ਮਿਲਦਾ ਜੁਲਦਾ ਹੈ, ਪਰ ਕਈ ਚੰਗੇ ਲਿੰਗਵਾਫੋਨ ਦੇ ਵਿੱਚ ਰਿਕਾਰਡ ਕੀਤੇ ਜਾ ਸਕਦੇ ਹਨ ਕੋਈ ਵੀ ਚੀਜ਼ਾਂ। ਬਸ ਇੰਨਾ ਹੀ ਫਰਕ ਹੈ। ਇਹ ਹੋ ਗਿਆ ਲਿੰਗਵਾਫੋਨ। ਹੁਣ ਅਸੀਂ ਚਾਰ ਚੀਜ਼ਾਂ ਪੜ੍ਹੀਆਂ। ਰੇਡੀਓ, ਇਹਦੇ 'ਚ ਤਾਂ ਕੋਈ ਚੀਜ਼ ਪ੍ਰਸਾਰਿਤ ਕੀਤੀ ਜਾਂਦੀ ਹੈ ਤੇ ਉਹ ਅਸੀਂ ਸੁਣ ਸਕਦੇ ਹਾਂ। ਟੈਪ ਰਿਕਾਰਡ 'ਚ ਕੋਈ ਵੀ ਚੀਜ਼ ਰਿਕਾਰਡ ਕਰਕੇ ਸੁਣੀ ਜਾ ਸਕਦੀ ਹੈ, ਵਧੀਆ ਸਾਧਨ ਹੈ ਸਿੱਖਿਆ ਲਈ। ਗ੍ਰਾਮੋਫੋਨ ਹੈ, ਇਹਦੇ 'ਚ ਭਰੀਆਂ ਹੋਈਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਕਿਸੇ ਹੋਰ ਮਾਧਿਅਮ ਰਾਹੀਂ ਭਰਨੀਆਂ ਪੈਂਦੀਆਂ, ਇਹਦੇ 'ਚ ਖੁਦ ਨਹੀਂ ਇਹ ਭਰ ਸਕਦਾ, ਰਿਕਾਰਡ ਕਰ ਸਕਦਾ, ਉਹ ਸੁਣੀਆਂ ਜਾ ਸਕਦੀਆਂ ਹਨ। ਤੇ ਲਿੰਗਵਾਫੋਨ ਗ੍ਰਾਮੋਫੋਨ ਵਰਗਾ ਹੀ ਹੈ, ਪਰ ਇਹਦੇ 'ਚ ਕਈ ਚੰਗੇ ਲਿੰਗਵਾਫੋਨਾਂ ਦੇ ਵਿੱਚ ਚੀਜ਼ਾਂ ਭਰੀਆਂ ਵੀ ਜਾਂਦੀਆਂ ਹਨ। ਭਾਸ਼ਾ ਉਚਾਰਨ ਦੇ ਸੁਧਾਰਨ ਲਈ ਇਹ ਕੰਮ ਲਿਆ ਜਾਂਦਾ ਹੈ। ਬੱਚਿਆਂ ਦੇ ਭਾਸ਼ਾ ਦਾ ਉਚਾਰਨ ਸੁਧਾਰਨ ਲਈ ਜਾਂ ਸ਼ੁੱਧ ਉਚਾਰਨ ਸਿਖਾਉਣ ਲਈ ਲਿੰਗਵਾਫੋਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਅਸੀਂ ਚਾਰੇ ਪੜ੍ਹ ਲਏ। ਹੁਣ ਉਸ ਤੋਂ ਬਾਅਦ ਹੈ ਕੇਵਲ ਦੇਖਣ ਸਹਾਇਕ ਸਾਧਨ। ਇਹ ਤਾਂ ਸੀਗੇ ਕੇਵਲ ਸੁਣਨ ਸਹਾਇਕ ਸਾਧਨ। ਹੁਣ ਅਸੀਂ ਪੜਾਂਗੇ ਕੇਵਲ ਦੇਖਣ ਸਹਾਇਕ ਸਾਧਨ। ਕੇਵਲ ਦੇਖਣ ਸਹਾਇਕ ਸਾਧਨ ਦਾ ਭਾਵ ਇਹ ਹੋ ਗਿਆ ਕਿ ਜਿਹੜੇ ਇਕੱਲੇ ਦੇਖੇ ਜਾ ਸਕਦੇ ਹੈ। ਤਾਂ ਹੁਣ ਅਸੀਂ ਪੜਾਂਗੇ, ਜਿਵੇਂ ਪਹਿਲਾ ਸਾਧਨ ਹੈ ਸਾਡਾ ਚਾਰਟ। ਚਾਰਟ ਬਾਰੇ ਤੁਸੀਂ ਸਾਰੇ ਜਾਣਦੇ ਹੋ। ਚਾਰਟ ਕੀ ਹੁੰਦਾ ਹੈ? ਕਿਸੇ ਵੀ ਵੱਡਾ ਜੋ ਸਾਡਾ ਕਾਗਜ਼ ਹੁੰਦਾ, ਅਸੀਂ ਮੰਨ ਸਕਦੇ ਹਾਂ ਵਾਈਟ ਜਾਂ ਕਿਸੇ ਵੀ ਹੋਰ ਕਲਰ ਦਾ, ਕਲਰਫੁਲ ਵੀ ਹੁੰਦੇ, ਕਈ
ਕਲਰਾਂ ਦੇ ਜਾਂ ਰੰਗਾਂ ਦੇ ਅਸੀਂ ਕਹਿ ਸਕਦੇ ਹਾਂ ਚਾਰਟ ਹੁੰਦੇ ਹੈ, ਤੇ ਚਾਰਟਾਂ ਦੇ ਉੱਤੇ ਕੀ ਕੀਤਾ ਜਾਂਦਾ ਹੈ, ਜਾਂ ਤਾਂ ਕੁਝ ਲਿਖਿਆ ਜਾਂਦਾ ਹੈ ਵਧੀਆ ਸੁੰਦਰ ਲਿਖਾਈ ਦੇ ਵਿੱਚ, ਜਾਂ ਅਲੱਗ-ਅਲੱਗ ਰੰਗਾਂ ਦੇ ਪਿੰਨ ਅਸੀਂ ਉਹਦੇ ਤੇ ਸਕੈਚ ਦਾ ਯੂਜ਼ ਕਰ ਸਕਦੇ ਹਾਂ, ਤੇ ਉਹਨੂੰ ਰੋਚਕ ਪ੍ਰਭਾਵੀ ਸਮੱਗਰੀ ਬਣਾ ਕੇ ਬੱਚਿਆਂ ਨੂੰ ਉਹ ਦਿਖਾ ਸਕਦੇ ਹਾਂ। ਚਾਰਟ ਕੀ ਹੈ, ਦੀਵਾਰ ਦੇ ਉੱਤੇ ਟੰਗਿਆ ਜਾ ਸਕਦਾ ਹੈ ਵਧੀਆ ਉਚਾਈ ਤੇ, ਜਿਹੜਾ ਸਾਰੀ ਕਲਾਸ 'ਚ ਬੱਚਿਆਂ ਨੂੰ ਦਿਖੇ, ਤੇ ਉਹਦੇ ਰਾਹੀਂ ਬੱਚੇ ਸਿੱਖ ਸਕਦੇ। ਜਾਂ ਚਾਰਟ ਦੇ ਉੱਤੇ ਕੀ ਬਣਾ ਸਕਦੇ ਆ, ਚਿੱਤਰ ਵੀ ਬਣਾਏ ਜਾ ਸਕਦੇ ਆ। ਕੀ ਬਣਾਏ ਜਾ ਸਕਦੇ ਆ, ਚਿੱਤਰ ਵੀ। ਚਾਰਟ ਕੀ ਕੰਮ ਆ ਸਕਦਾ ਹੈ, ਚਾਰਟ ਦੇ ਉੱਤੇ ਅਸੀਂ ਕੋਈ ਸਮੱਗਰੀ ਲਿਖ ਸਕਦੇ ਹਾਂ ਵਧੀਆ ਰੋਚਕ ਤੇ ਪ੍ਰਭਾਵੀ ਢੰਗ ਨਾਲ। ਹੋਰ ਕੀ ਕਰ ਸਕਦੇ ਹਾਂ, ਚਾਰਟ ਦੇ ਉੱਤੇ ਅਸੀਂ ਕੋਈ ਚਿੱਤਰ ਬਣਾ ਸਕਦੇ ਹਨ ਜਿਹੜੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਤੇ ਬੱਚੇ ਇਸ ਤੋਂ ਸਿੱਖਣ। ਤਾਂ ਚਾਰਟ ਇਹ ਕੰਮ ਲਿਆ ਜਾਂਦਾ ਹੈ। ਚਾਰਟ ਬਾਰੇ ਵੈਸੇ ਤੁਸੀਂ ਸਾਰੇ ਜਾਣਦੇ ਹੋ। ਤੇ ਸਾਧਨ ਕਿਹੜਾ ਹੈ, ਕੇਵਲ ਦੇਖਣ ਸਹਾਇਕ ਸਾਧਨ। ਉਸ ਤੋਂ ਬਾਅਦ ਹੈ ਚਾਕ ਬੋਰਡ। ਚਾਕ ਬੋਰਡ ਨੂੰ ਅਸੀਂ ਬਲੈਕ ਬੋਰਡ ਵੀ ਕਹਿ ਦਿੰਦੇ ਆ, ਤੇ ਪੰਜਾਬੀ ਚ ਇਹਨੂੰ ਕਾਲਾ ਫੱਟਾ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ, ਕਾਲਾ ਫੱਟਾ। ਇਹ ਜੋ ਹੈ ਬੋਰਡ, ਜਿਵੇਂ ਇਹ ਵਾਈਟ ਬੋਰਡ ਅਸੀਂ ਕਹਿ ਸਕਦੇ ਹਾਂ ਇਹਨੂੰ, ਤੇ ਬਲੈਕ ਬੋਰਡ ਜਿਹਦੇ ਉੱਤੇ ਅਸੀਂ ਚਾਕ ਦੇ ਨਾਲ ਲਿਖਦੇ ਹਾਂ ਉਹ ਕੀ ਹੁੰਦਾ ਹੈ, ਚਾਕ ਬੋਰਡ। ਬੋਰਡ ਬਾਰੇ ਤੁਸੀਂ ਜਾਣਦੇ ਹੋ, ਚਾਕ ਬੋਰਡ ਬਾਰੇ। ਇਹਨੂੰ ਅਧਿਆਪਕ ਦਾ ਸਾਥੀ ਜਾਂ ਮਿੱਤਰ ਵੀ ਕਹਿ ਦਿੱਤਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਬੋਰਡ ਨੂੰ, ਅਧਿਆਪਕ ਦਾ ਸਾਥੀ। ਅਧਿਆਪਕ ਦਾ ਸਾਥੀ, ਕਿਉਂਕਿ ਜ਼ਿਆਦਾ ਕੰਮ ਅਧਿਆਪਕ ਸਿਖਾਉਣ ਦੇ ਜਿਹੜੇ ਕਾਰਜ ਹੈ ਉਹ ਕਿਹਦੇ ਰਾਹੀਂ ਕਰਦਾ ਹੈ, ਬਲੈਕ ਬੋਰਡ ਦੇ ਰਾਹੀਂ ਕਰਦਾ ਹੈ। ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਤੇ ਅੱਜ ਵੀ ਬਹੁਤ ਉਪਯੋਗੀ ਸਾਧਨ ਹੈ, ਕਿਉਂਕਿ ਬਲੈਕ ਬੋਰਡ ਦੇ ਉੱਤੇ ਚਿੱਤਰ ਵੀ ਬਣਾ ਕੇ ਸਮਝਾਏ ਜਾ ਸਕਦੇ ਹਨ, ਕੋਈ ਸਮੱਗਰੀ ਲਿਖ ਕੇ ਵੀ ਸਮਝਾਈ ਜਾ ਸਕਦੀ ਹੈ। ਤਾਂ ਅਧਿਆਪਕ ਦਾ ਮਿੱਤਰ ਜਾਂ ਸਾਥੀ ਇਹਨੂੰ ਕਹਿ ਦਿੱਤਾ ਗਿਆ। ਇਹਦੇ ਰਾਹੀਂ ਹੀ ਬਹੁਤ ਅਧਿਆਪਨ ਕਾਰਜ ਕਰਾਇਆ ਜਾਂਦਾ ਤੇ ਕਾਰਗਰ ਸਾਧਨ ਵੀ ਬਹੁਤ ਹੈ, ਕਿਉਂਕਿ ਇਹਨੂੰ ਕਈ ਚੀਜ਼ਾਂ ਦੇ ਕੰਮ ਲੈ ਲਿਆ ਜਾਂਦਾ ਹੈ। ਕਿਉਂਕਿ ਜੋ ਦੇਖਣ ਦੀ ਕੰਮ ਹੈ ਉਹ ਬੋਰਡ ਤੇ ਕੀਤਾ ਜਾ ਸਕਦਾ ਹੈ ਲਿਖ ਕੇ, ਤੇ ਸੁਣਨ ਦਾ ਕੰਮ ਜਿਹੜਾ ਵਿਦਿਆਰਥੀਆਂ ਨੂੰ ਸਮੱਗਰੀ ਹੈ ਉਹ ਅਧਿਆਪਕ ਖੁਦ ਬੋਲਦਾ ਹੈ, ਤਾਂ ਦੇਖਣ ਸੁਣਨ ਸਾਧਨ ਵੀ ਇਹਨੂੰ ਐਵੇਂ ਬਣਾ ਲਿਆ ਜਾ ਸਕਦਾ ਹੈ ਜਿਵੇਂ ਅਧਿਆਪਕ ਬੋਲੇ ਤਾਂ। ਵੈਸੇ ਇਹ ਕਿਹੜਾ ਸਾਧਨ ਹੈ, ਕੇਵਲ ਦੇਖਣ ਸਹਾਇਕ ਸਾਧਨ ਹੈ। ਜਿਸ ਪ੍ਰਕਾਰ ਅਸੀਂ ਆਪਾਂ ਇਹਦੇ ਤੇ ਲਿਖਿਆ ਹੋਇਆ ਤੁਸੀਂ ਦੇਖ ਹੀ ਰਹੇ ਹੋ, ਇਹ ਵੀ ਇੱਕ ਪ੍ਰਕਾਰ ਦਾ ਕੀ ਹੈ, ਬੋਰਡ ਹੈ। ਉਸ ਤੋਂ ਬਾਅਦ ਹੈ ਵਾਸਤਵਿਕ ਪਦਾਰਥ। ਵਾਸਤਵਿਕ ਪਦਾਰਥਾਂ ਦਾ ਭਾਵ ਰੀਅਲ ਜੋ ਸਮੱਗਰੀ ਹੈ, ਤੁਸੀਂ ਸਮਝਦੇ ਹੋ ਕੋਈ ਵੀ ਚੀਜ਼ ਹੈ ਜਿਹੜੀ ਕਲਾਸ ਦੇ ਵਿੱਚ ਵਾਸਤਵਿਕ ਰੂਪ ਵਿੱਚ ਦਿਖਾਈ ਜਾ ਸਕਦੀ ਹੈ ਉਹ ਵਾਸਤਵਿਕ ਪਦਾਰਥ ਹੋ ਗਏ। ਕੋਈ ਵੀ ਚੀਜ਼ ਨੂੰ ਅਸੀਂ ਲਿਆਉਣੀ, ਜਿਵੇਂ ਅਸੀਂ ਕੁਝ ਮਿੱਟੀ ਬਾਰੇ ਬੱਚਿਆਂ ਨੂੰ ਸਿਖਾਉਣਾ ਹੈ ਤਾਂ ਥੋੜੀ ਜਿਹੀ ਮਿੱਟੀ ਲਿਆ ਕੇ ਵਾਸਤਵ 'ਚ ਉਹ ਚੀਜ਼ ਦਿਖਾ ਸਕਦੇ ਹਾਂ ਵਿਦਿਆਰਥੀਆਂ ਨੂੰ, ਤਾਂ ਇਹ ਵਾਸਤਵਿਕ ਪਦਾਰਥ ਹੋ ਗਿਆ। ਉਹਨਾਂ ਰਾਹੀਂ ਬੱਚਾ ਜਦੋਂ ਓਰੀਜਨਲ ਚੀਜ਼ ਹੀ ਦੇਖ ਲਈ ਤਾਂ ਉਹਦੇ ਬਾਰੇ ਚੰਗੀ ਤਰ੍ਹਾਂ ਸਮਝੂਗਾ ਸੌਖੀ ਤਰ੍ਹਾਂ ਨਾਲ, ਤਾਂ ਇਹ ਵਾਸਤਵਿਕ ਪਦਾਰਥ ਦੇਖਣ ਸਾਧਨ ਹੋ ਗਏ। ਇਹ ਤੁਹਾਨੂੰ ਸਮਝ ਆ ਗਿਆ ਆਰਾਮ ਨਾਲ। ਹੁਣ ਆ ਗਏ ਉਸ ਤੋਂ ਬਾਅਦ ਮਾਡਲ। ਹੁਣ ਮਾਡਲ ਕੀ ਹੈ, ਮਾਡਲ ਬਾਰੇ ਅਸੀਂ ਕਹਿ ਸਕਦੇ ਹਾਂ ਜਿਵੇਂ ਹਿੰਦੀ 'ਚ ਇਹਨੂੰ ਪ੍ਰਤੀਰੂਪ ਕਹਿ ਦਿੱਤਾ ਜਾਂਦਾ। ਇਹ ਹੁੰਦਾ ਹੈ ਕਿਸੇ ਚੀਜ਼ ਦਾ ਛੋਟਾ ਰੂਪ। ਜਿਵੇਂ ਮੰਨ ਲਓ ਕੋਈ ਚੀਜ਼ ਪੂਰੀ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਲਿਆ ਕੇ ਨਹੀਂ ਦਿਖਾਈ ਜਾ ਸਕਦੀ, ਤਾਂ ਉਹਦੇ ਥਾਂ ਤੇ ਕੀ ਕਰਦੇ ਆ, ਮਾਡਲ ਲੈ ਆਂਦਾ ਜਾਂਦਾ ਹੈ। ਮਾਡਲ ਦਾ ਭਾਵ ਹੋ ਗਿਆ ਛੋਟਾ ਰੂਪ ਉਸਦਾ। ਜਿਵੇਂ ਮੰਨ ਲਓ ਤਾਜ ਮਹਿਲ ਹੈ, ਕੀ ਹੈ, ਤਾਜ ਮਹਿਲ ਹੈ। ਜਾਂ ਹੋਰ ਵੀ ਕੋਈ ਵੱਡੀ ਚੀਜ਼ ਹੈ, ਜਿਵੇਂ ਮੰਨ ਲਓ ਟਰੈਕਟਰ ਹੈ, ਕੀ ਹੈ, ਟਰੈਕਟਰ ਹੈ। ਤਾਂ ਇਹ ਚੀਜ਼ਾਂ ਦਿਖਾਈਆਂ ਨਹੀਂ ਜਾ ਸਕਦੀਆਂ। ਕੀ ਨਹੀਂ ਕਰੀਆਂ ਜਾ ਸਕਦੀਆਂ, ਦਿਖਾਈਆਂ ਨਹੀਂ ਜਾ ਸਕਦੀਆਂ, ਓਰੀਜਨਲ ਕਲਾਸ ਦੇ ਵਿੱਚ ਨਹੀਂ ਆ ਸਕਦੀਆਂ, ਤਾਂ ਸੁਵਿਧਾਪੂਰਨ ਨਹੀਂ ਹੈ। ਤਾਂ ਫਿਰ ਉਸ ਦਾ ਛੋਟਾ ਜਿਹਾ ਪ੍ਰਤੀਰੂਪ ਲਿਆ ਕੇ ਜਮਾਤ ਦੇ ਵਿੱਚ ਵਿਦਿਆਰਥੀਆਂ ਨੂੰ ਦਿਖਾ ਦਿੱਤਾ ਜਾਂਦਾ, ਤਾਂ ਉਹ ਸਮਝ ਜਾਂਦੇ ਆ ਉਸ ਚੀਜ਼ ਬਾਰੇ। ਛੋਟੇ ਮਾਡਲ ਨੂੰ ਦੇਖ ਕੇ ਮਾਡਲ ਬਾਰੇ ਤੁਸੀਂ ਸਮਝ ਗਏ। ਭਾਵ ਛੋਟਾ ਰੂਪ, ਜੇ ਮੰਨ ਲਓ ਇਹਦਾ ਛੋਟਾ ਰੂਪ ਲਿਆ ਦਾ, ਸਾਈਜ਼ ਛੋਟਾ ਹੈ ਕਾਰ, ਜਾਂ ਟਰੈਕਟਰ, ਛੋਟਾ ਟਰੈਕਟਰ ਲਿਆ ਕੇ ਬੱਚਿਆਂ ਨੂੰ ਦਿਖਾਤਾ ਕਿ ਇਹ ਟਰੈਕਟਰ ਹੁੰਦਾ, ਤਾਂ ਉਸ ਬਾਰੇ ਸਿੱਖ ਜਾਊਗਾ। ਉਸ ਤੋਂ ਬਾਅਦ ਹੈ ਚਿੱਤਰ। ਚਿੱਤਰਾਂ ਬਾਰੇ ਤੁਸੀਂ ਜਾਣਦੇ ਹੋ, ਚਿੱਤਰ ਬੱਚਿਆਂ ਨੂੰ ਦਿਖਾ ਕੇ ਕਿਸੇ ਵੀ ਚੀਜ਼ ਦਾ, ਬੱਚਿਆਂ ਨੂੰ ਮੰਨ ਲਓ ਕੋਈ ਚਿੱਤਰ ਦਿਖਾ ਦਿੱਤਾ ਜਾਂਦਾ, ਕੋਈ ਚੀਜ਼ ਸਮਝ ਨਹੀਂ ਆ ਰਹੀ ਤਾਂ ਉਹਦਾ ਚਿੱਤਰ ਦਿਖਾ ਦਿੱਤਾ ਜਾਂਦਾ ਹੈ, ਤੇ ਉਹਦੇ ਨਾਲ ਚਿੱਤਰ ਲੁਭਾਵਨੇ ਵੀ ਹੁੰਦੇ ਆ ਬੱਚੇ ਉਹਦੇ ਪ੍ਰਤੀ, ਅਟਰੈਕਟਿਵ ਵੀ ਹੁੰਦੇ, ਖਿੱਚੇ ਚਲੇ ਆਉਂਦੇ ਆ, ਤਾਂ ਥੋੜੀ ਰੋਚਕਤਾ ਆ ਜਾਂਦੀ ਹੈ ਪੜ੍ਹਾਈ ਵਿੱਚ, ਤੇ ਵਿਦਿਆਰਥੀ ਚੰਗੀ ਤਰ੍ਹਾਂ ਨਾਲ ਚਿੱਤਰ ਦੇਖ ਕੇ ਉਸ ਬਾਰੇ ਸਿੱਖ ਜਾਂਦਾ ਹੈ। ਕਿਸੇ ਚੀਜ਼ ਨੂੰ ਸਿੱਧਾ ਦੱਸਣਾ, ਇੱਕ ਅਸੀਂ ਉਸਦਾ ਚਿੱਤਰ ਦਿਖਾ ਦੇਣਾ, ਤਾਂ ਬੱਚਿਆਂ ਲਈ ਕਾਰਗਰ ਸਾਬਿਤ ਹੁੰਦਾ ਹੈ। ਤਾਂ ਇਹ ਵੀ ਦੇਖਣ ਸਹਾਇਕ ਸਾਧਨ ਹੋ ਗਿਆ। ਉਸ ਤੋਂ ਬਾਅਦ ਹੈ ਬੁਲੇਟਿਨ ਬੋਰਡ। ਬੁਲੇਟਿਨ ਬੋਰਡ ਦੇ ਉੱਤੇ ਕੀ ਹੈ, ਕੋਈ ਵੀ ਸਮੱਗਰੀ ਵਿਦਿਆਰਥੀਆਂ ਦੀ ਭਾਸ਼ਾ ਤੋਂ ਸੰਬੰਧਿਤ ਅਸੀਂ ਚਿਪਕਾਈ ਜਾਂਦੀ ਹੈ। ਜਿਵੇਂ ਆ ਬੋਰਡ ਇਸ ਪ੍ਰਕਾਰ ਦਾ, ਇਸ ਦੇ ਉੱਤੇ ਲਾਤੀ, ਇਹ ਇੱਕ ਨੋਟਿਸ ਬੋਰਡ ਵਾਂਗੂ ਹੀ ਹੁੰਦਾ ਹੈ, ਤੇ ਉਹਦੇ ਤੇ ਜਾਂ ਵਿਦਿਆਰਥੀਆਂ ਨੇ ਕੋਈ ਚੰਗਾ ਕਾਰਜ ਕਰਿਆ ਹੈ ਜਾਂ ਕੁਝ ਬਣਾਇਆ, ਚਾਰਟ ਵਗੈਰਾ ਛੋਟੇ ਜੋ ਵੀ ਚੀਜ਼ ਬਣਾਈ ਜਾਂਦੀ ਹੈ, ਕੋਈ ਕਾਰਜ ਕੀਤਾ ਹੈ, ਤਾਂ ਉਹ ਵੀ ਲਾਇਆ ਜਾਂਦਾ। ਜੀ ਜੋ ਕਲਾਸ ਦੇ ਵਿੱਚ ਵੀ ਲਾ ਸਕਦੇ ਇਹਨੂੰ, ਤੇ ਬਾਹਰ ਵੀ ਸਾਰੇ ਵਿਦਿਆਰਥੀ ਦੇਖ ਸਕਣ। ਇਹਦੇ ਤੇ ਕੋਈ ਚੀਜ਼ਾਂ ਚਿਪਕਾਈਆਂ ਜਾਂਦੀਆਂ ਤੇ ਬਾਰ-ਬਾਰ ਚਿਪਕਾ ਕੇ ਲਾ ਕੇ ਫਿਰ ਦੂਜੀਆਂ ਚਿਪਕਾ ਦਿੱਤੀਆਂ ਜਾਂਦੀਆਂ। ਤਾਂ ਇਹ ਬੁਲੇਟਿਨ ਬੋਰਡ ਦੇ ਉੱਤੇ ਕੀ ਕੀਤਾ ਜਾਂਦਾ ਹੈ, ਚਿਪਕਾਇਆ ਜਾਂਦਾ ਹੈ ਸਮੱਗਰੀ ਨੂੰ। ਇਹ ਕੀ ਹੈ, ਦੇਖਣ ਸਹਾਇਕ ਸਾਧਨ ਹੈ।
ਉਸ ਤੋਂ ਬਾਅਦ ਹੈ ਫਲਾ ਲੈਣ ਬੋਰਡ। ਫਲਾ ਲੈਣ ਬੋਰਡ ਇੱਕ ਫਲਾ ਲੈਣ ਦਾ ਕਪੜਾ ਹੁੰਦਾ ਹੈ ਤੇ ਉਹ ਕਿਹਦੇ ਤੇ ਲਾਇਆ ਜਾਂਦਾ ਹੈ, ਕੱਸਿਆ ਜਾਂਦਾ ਹੈ, ਉਹ ਫਲਾ ਲੈਣ ਦਾ ਕਪੜਾ ਕੱਸਿਆ ਜਾਂਦਾ ਹੈ। ਜਿਵੇਂ ਮੰਨ ਲਓ ਅਸੀਂ ਲੱਕੜੀ ਦਾ ਬੋਰਡ ਕਹਿ ਸਕਦੇ ਹਾਂ, ਪਲਾਈ ਬੋਰਡ ਜਾਂ ਹਾਰਡ ਬੋਰਡ ਦੇ ਉੱਤੇ ਫਲਾ ਲੈਣ ਦਾ ਕਪੜਾ ਕੱਸ ਦਿੱਤਾ ਜਾਂਦਾ ਜਾਂ ਲਾ ਦਿੱਤਾ ਜਾਂਦਾ ਹੈ ਤੇ ਉਹਦੇ ਉੱਤੇ ਸਮੱਗਰੀ ਚਿਪਕਾਈ ਜਾਂਦੀ, ਜਿਵੇਂ ਫੋਮ ਵਗੈਰਾ ਨਾਲ ਬਣਾ ਕੇ ਕੋਈ ਸਮੱਗਰੀ ਉਹ ਚਿਪਕਾਤੀ, ਤਾਂ ਉਹ ਸਮੱਗਰੀ ਇਹਦੇ ਤੇ ਚਿਪਕਾਈ ਜਾਂਦੀ ਹੈ ਹਾਰਡ ਬੋਰਡ ਦੇ ਉੱਤੇ। ਤਾਂ ਇਹ ਹੋ ਗਿਆ ਫਲਾ ਲੈਣ ਦਾ ਕਪੜਾ ਇਹਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਇਹਨਾਂ ਦੋਵਾਂ 'ਚ ਕੋਈ ਬੜਾ ਫਰਕ ਨਹੀਂ, ਕਿਉਂਕਿ ਸਮੱਗਰੀ ਦੋਨਾਂ 'ਚ ਚਿਪਕਾਈ ਜਾਂਦੀ ਹੈ। ਇਹ ਜਿਵੇਂ ਹਾਰਡ ਬੋਰਡ ਦੇ ਉੱਤੇ ਫਲਾ ਲੈਣ ਦਾ ਕਪੜਾ ਲਾ ਕੇ ਬਣਦਾ ਹੈ, ਤਾਂ ਇਹ ਹੋ ਗਿਆ ਫਲਾ ਲੈਣ ਬੋਰਡ। ਇਹ ਵੀ ਕੀ ਹੈ, ਦੇਖਣ ਸਹਾਇਕ ਸਮੱਗਰੀ ਹੈ। ਉਸ ਤੋਂ ਬਾਅਦ ਹੈ ਜਾਦੂ ਦੀ ਲਾਲਟੈਨ। ਜਾਦੂ ਦੀ ਲਾਲਟੈਨ ਕੀ ਹੈ, ਪਹਿਲਾਂ ਇਹ ਪ੍ਰਕਾਰ ਦੀ ਸਮੱਗਰੀ ਸੀ, ਕਿਉਂਕਿ ਅੱਜ ਤਾਂ ਨਵੀਆਂ ਚੀਜ਼ਾਂ ਆ ਗਈਆਂ, ਤਾਂ ਇਹਦੇ ਵਿੱਚ ਕੀ ਕੀਤਾ ਜਾਂਦਾ ਸੀ, ਚਿੱਤਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ। ਇਹਦੇ ਵਿੱਚ ਸਲਾਈਡ ਪੈਂਦੀ ਸੀ, ਕੀ ਹੁੰਦੀ ਸੀ, ਸਲਾਈਡ। ਉਹਨਾਂ ਸਲਾਈਡਾਂ ਰਾਹੀਂ ਚਿੱਤਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ। ਕਈ ਚਿੱਤਰ ਇਹਦੇ ਵਿੱਚ ਚੱਲਦੇ ਰਹਿੰਦੇ ਸੀ ਤੇ ਉਹ ਚਿੱਤਰ ਬੱਚਿਆਂ ਨੂੰ ਦਿਖਾਏ ਜਾ ਸਕਦੇ ਸੀ। ਸਾਰੀ ਕਲਾਸ ਦੇ ਬੱਚਿਆਂ ਨੂੰ ਇਕੱਠੇ ਕਰਕੇ ਇਹ ਚਿੱਤਰ ਦਿਖਾਏ ਜਾ ਸਕਦੇ ਸੀ, ਕਿਸੇ ਵੀ ਚੀਜ਼ ਦੇ ਤੇ ਉਹਦਾ ਲਾਭ ਲਿਆ ਜਾ ਸਕਦਾ ਸੀ। ਉਹਨਾਂ ਚਿੱਤਰਾਂ ਦਾ ਜਿਹੜਾ ਵਰਣਨ ਹੈ ਉਹ ਅਧਿਆਪਕ ਕਰ ਦਿੰਦਾ ਸੀ। ਤਾਂ ਇਹਦਾ ਸੁਵਿਧਾ ਸੀਗੀ, ਇਹ ਚਿੱਤਰ ਦਿਖਾਉਣ ਜਾਂ ਚਿੱਤਰਾਂ ਦਾ ਪ੍ਰਦਰਸ਼ਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਕਿਹਦਾ, ਜਾਦੂ ਦੀ ਲਾਲਟੈਨ ਦਾ। ਇਹ ਵੀ ਦੇਖਣ ਸਹਾਇਕ ਸਾਧਨ ਹੋ ਗਿਆ, ਸਮਝ ਗਏ। ਇਹਨੂੰ ਯਾਦ ਰੱਖਣਾ ਹੈ, ਜਾਦੂ ਦੀ ਲਾਲਟੈਨ ਹੈ ਜਿਹੜੀ ਚਿੱਤਰਾਂ ਦਾ ਪ੍ਰਦਰਸ਼ਨ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈ ਐਪੀਡਾਇਸਕੋਪ। ਹੁਣ ਐਪੀਡਾਇਸਕੋਪ ਕੀ ਹੈ, ਐਪੀਡਾਇਸਕੋਪ ਨੂੰ ਅਸੀਂ ਕਹਿ ਸਕਦੇ ਹਾਂ ਜਾਦੂ ਦੀ ਲਾਲਟੈਨ ਦਾ ਆਧੁਨਿਕ ਜਾਂ ਸੁਧਰਿਆ ਹੋਇਆ ਰੂਪ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਚਿੱਤਰਾਂ ਨੂੰ ਵੱਡੇ ਕਰਕੇ ਦਿਖਾਇਆ ਜਾਂਦਾ ਹੈ, ਚਿੱਤਰ ਵਿਸਤਾਰਕ ਯੰਤਰ ਵੀ ਕਹਿ ਦਿੱਤਾ ਜਾਂਦਾ ਹਿੰਦੀ 'ਚ ਇਹਨੂੰ। ਇਹਦੇ ਵਿੱਚ ਚਿੱਤਰਾਂ ਨੂੰ ਵੱਡੇ ਕਰਕੇ ਦਿਖਾਇਆ ਜਾਂਦਾ ਹੈ। ਐਪੀਡਾਇਸਕੋਪ 'ਚ ਕੀ ਕੀਤਾ ਜਾਂਦਾ ਹੈ, ਚਿੱਤਰਾਂ ਨੂੰ ਵੱਡੇ ਕਰਕੇ ਦਿਖਾਇਆ ਜਾ ਸਕਦਾ ਹੈ। ਤਾਂ ਇਹ ਹੋ ਗਿਆ ਐਪੀਡਾਇਸਕੋਪ। ਇਹ ਜਾਦੂ ਦੀ ਲਾਲਟੈਨ ਦਾ ਸੁਧਰਿਆ ਹੋਇਆ ਰੂਪ ਹੈ ਤੇ ਇਹਦੇ ਚਿੱਤਰਾਂ ਨੂੰ ਵੱਡੇ ਕਰਕੇ ਦਿਖਾਇਆ ਜਾ ਸਕਦਾ। ਇੱਕ ਇਹਦੇ 'ਚ ਹੋਰ ਫੈਸਿਲਿਟੀ ਹੈ ਜਾਦੂ ਦੀ ਲਾਲਟੈਨ ਤੋਂ ਇਲਾਵਾ, ਕਿ ਇਹਦੇ ਵਿੱਚ ਸਲਾਈਡ ਦਾ ਪ੍ਰਯੋਗ ਨਹੀਂ ਹੁੰਦਾ। ਸਲਾਈਡ ਰਾਹੀਂ ਵੀ ਅਸੀਂ ਦਿਖਾ ਸਕਦੇ ਹਾਂ, ਜਿਵੇਂ ਕਿਤਾਬ ਦਾ ਕੋਈ ਚਿੱਤਰ ਹੈ ਉਹਨੂੰ ਸਿੱਧਾ ਹੀ ਇਹਦੇ ਵਿੱਚ ਪਾ ਕੇ ਵੱਡਾ ਕਰਕੇ ਦਿਖਾਇਆ ਜਾ ਸਕਦਾ, ਬੱਚਿਆਂ ਨੂੰ ਸਮਝਾਇਆ ਜਾ ਸਕਦਾ। ਬਹੁਤ ਚੰਗੀ ਚੀਜ਼ ਹੈ, ਅੱਜ ਕੱਲ੍ਹ ਵੀ ਅਧਿਆਪਕ ਇਸ ਦਾ ਪ੍ਰਯੋਗ ਕਰ ਰਹੇ ਹਨ। ਉਸ ਤੋਂ ਬਾਅਦ ਹੈ ਓਵਰਹੈਡ ਪ੍ਰੋਜੈਕਟ। ਓਵਰਹੈਡ ਜਿਹੜਾ ਪ੍ਰੋਜੈਕਟਰ ਹੈ ਇਹਨੂੰ ਅਸੀਂ ਕਹਿ ਸਕਦੇ ਹਾਂ ਜਾਦੂ ਦੀ ਲਾਲਟੈਨ ਤੇ ਐਪੀਡਾਇਸਕੋਪ ਦੋਨਾਂ ਦਾ ਮਿਕਸ ਇਹਦੇ 'ਚ ਹੈ। ਤੇ ਇਹ ਕੀ ਹੈ, ਮਿਕਸ ਰੂਪ ਹੈ ਦੋਨਾਂ ਦਾ ਤੇ ਇਹਨਾਂ ਦਾ ਸੁਧਰਿਆ ਹੋਇਆ ਰੂਪ ਹੈ। ਦੋਨਾਂ ਚੰਗੀ ਤਰ੍ਹਾਂ ਕੰਮ ਕਰਦਾ। ਆਧੁਨਿਕ ਰੂਪ ਜ਼ਮਾਨੇ ਵਿੱਚ ਇਹਦਾ ਪ੍ਰਯੋਗ ਕੀਤਾ ਜਾਂਦਾ। ਪ੍ਰੋਜੈਕਟਰ ਬਾਰੇ ਤੁਸੀਂ ਦੇਖੇ, ਓਵਰਹੈਡ ਪ੍ਰੋਜੈਕਟਰ ਜਿਵੇਂ ਸਾਰੀਆਂ ਕੋਚਿੰਗ ਸੰਸਥਾਵਾਂ ਦੇ ਵਿੱਚ ਜਾਂ ਅੱਜ ਦੂਜੀਆਂ ਸਕੂਲਾਂ ਦੇ ਵਿੱਚ ਵੀ ਇਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹਦਾ ਕੰਮ ਕੀ ਹੈ, ਇਹ ਓਵਰਹੈਡ ਪ੍ਰੋਜੈਕਟਰ ਲਾ ਦਿੱਤਾ ਜਾਂਦਾ ਹੈ, ਸ਼੍ਰੇਣੀ ਦੇ ਬੈਕ ਸਾਈਡ ਪਿਛਲੇ ਪਾਸੇ ਲਾ ਦਿੱਤਾ ਜਾਂਦਾ ਹੈ। ਐਡਾ ਪੁਰਜਾ ਹੁੰਦਾ ਹੈ ਤੇ ਇਹ ਕੀ ਕਰਦਾ ਹੈ, ਜਿਵੇਂ ਬਲੈਕ ਬੋਰਡ ਦੀ ਥਾਂ ਸ਼੍ਰੇਣੀ ਦੇ ਵਿੱਚ ਕੀ ਹੈ, ਪਰਦਾ ਲੱਗਿਆ ਜਾਂਦਾ ਹੈ, ਲਾਇਆ ਜਾਂਦਾ ਹੈ ਤੇ ਉਸ ਪਰਦੇ ਤੇ ਇਹ ਕੀ ਕਰਦਾ ਹੈ, ਚੀਜ਼ਾਂ ਨੂੰ ਪ੍ਰਸਾਰਿਤ ਕਰਦਾ ਹੈ। ਕਿਹਦੇ ਤੇ ਕਰਦਾ ਹੈ, ਓਵਰਹੈਡ ਪ੍ਰੋਜੈਕਟਰ ਪਰਦੇ ਦੇ ਉੱਤੇ। ਤੁਸੀਂ ਦੇਖਿਆ ਹੋਣਾ ਇਹ ਚੀਜ਼ ਤਾਂ ਸਕੂਲਾਂ ਦੇ ਵਿੱਚ ਆਮ। ਅੱਜ ਕੱਲ ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਹੋ ਰਹੀ ਹੈ ਤੇ ਬਹੁਤ ਕਾਰਗਰ ਸਾਧਨ ਹੈ। ਇਹ ਬਲੈਕ ਇੱਥੇ ਪਰਦਾ ਲੱਗਦਾ ਹੈ ਤੇ ਪਿੱਛੋਂ ਉਹ ਕੀ ਕਰਦਾ ਹੈ, ਕਿਰਨਾਂ ਇਹਦੇ ਤੇ ਸਿੱਟਦਾ ਹੈ ਤੇ ਪਰਦੇ ਤੇ ਉਹ ਚੀਜ਼ ਪ੍ਰਸਾਰਿਤ ਹੁੰਦੀ ਹੈ। ਜਾਂ ਸਿੱਧੀ ਪਲੇਨ ਜਾਂ ਵਾਈਟ ਦੀਵਾਰ, ਚਿੱਟੀ ਦੀਵਾਰ ਹੈ ਸਾਫ਼, ਤਾਂ ਉਹਦੇ ਤੇ ਵੀ ਇਹ ਕੀ ਹੁੰਦਾ ਹੈ, ਉਹਦੀ ਜਦੋਂ ਰੋਸ਼ਨੀ ਪੈਂਦੀ ਹੈ ਤਾਂ ਇਹ ਚੀਜ਼ਾਂ ਨੂੰ ਪ੍ਰਸਾਰਿਤ ਕਰ ਦਿੰਦਾ ਹੈ, ਸਮੱਗਰੀ ਨੂੰ। ਇਹ ਵੀ ਅੱਜ ਕੱਲ ਬਹੁਤ ਵਧੀਆ ਸਾਧਨ ਹੈ ਓਵਰਹੈਡ ਪ੍ਰੋਜੈਕਟਰ। ਇਹ ਅੱਜ ਕੱਲ ਬਹੁਤ ਜ਼ਿਆਦਾ ਸਿੱਖਿਆ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਇਹਨੂੰ ਓਵਰਹੈਡ ਤਾਂ ਕਿਹਾ ਜਾਂਦਾ ਹੈ ਕਿਉਂਕਿ ਸਿਰ ਦੇ ਵਿਦਿਆਰਥੀਆਂ ਦੇ ਸਿਰ ਦੇ ਉੱਪਰ ਦੀ ਇਹਦੀਆਂ ਕਿਰਨਾਂ ਆਉਂਦੀਆਂ ਹਨ ਤੇ ਇਹ ਆ ਕੇ ਪਰਦੇ ਤੇ ਪ੍ਰਸਾਰਿਤ ਹੁੰਦੀਆਂ ਹਨ, ਤਾਂ ਇਸ ਨੂੰ ਓਵਰਹੈਡ ਪ੍ਰੋਜੈਕਟਰ ਕਿਹਾ ਜਾਂਦਾ ਹੈ। ਤੇ ਪ੍ਰੋਜੈਕਟਰ ਦਾ ਯੂਜ਼ ਅੱਜ ਕੱਲ ਬਹੁਤ ਹੋ ਰਿਹਾ ਹੈ। ਤਾਂ ਇਹ ਹੋ ਗਏ ਦੇਖਣ ਸਹਾਇਕ ਸਾਧਨ ਸਾਰੇ, ਕਿਹੜੇ, ਚਾਰਟ, ਚਾਕ ਬੋਰਡ, ਵਾਸਤਵਿਕ ਪਦਾਰਥ ਹੋ ਗਏ, ਮਾਡਲ ਹੋ ਗਏ, ਚਿੱਤਰ, ਬੁਲੇਟਿਨ ਬੋਰਡ, ਫਲਾ ਲੈਣ ਬੋਰਡ, ਜਾਦੂ ਦੀ ਲਾਲਟੈਨ, ਐਪੀਡਾਇਸਕੋਪ ਤੇ ਓਵਰਹੈਡ ਪ੍ਰੋਜੈਕਟਰ। ਇਹ ਤੁਹਾਡੇ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ, ਉਮੀਦ ਹੈ ਮੈਨੂੰ। ਉਸ ਤੋਂ ਬਾਅਦ ਹੈ ਦੇਖਣ ਸੁਣਨ ਸਹਾਇਕ ਸਾਧਨ। ਇਹਨਾਂ ਚੀਜ਼ਾਂ ਦੇ ਵਿੱਚ ਜੇ ਤੁਹਾਨੂੰ ਕਿਤੇ ਵੀ ਕੋਈ ਸਮੱਸਿਆ ਹੈ ਜਾਂ ਕੋਈ ਸਮਝ ਨਹੀਂ ਆਈ ਤਾਂ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ, ਤੁਹਾਨੂੰ ਉਸ ਦਾ ਰਿਪਲਾਈ ਮਿਲ ਜਾਊਗਾ। ਉਸ ਤੋਂ ਬਾਅਦ ਹੈ ਦੇਖਣ ਸੁਣਨ ਸਹਾਇਕ ਸਾਧਨ। ਹੁਣ ਅਸੀਂ ਕੇਵਲ ਸੁਣਨ ਵਾਲੇ ਸਾਧਨ ਵੀ ਪੜ੍ਹ ਲਏ ਤੇ ਕੇਵਲ ਦੇਖਣ ਵਾਲੇ ਸਾਧਨ ਵੀ ਪੜ੍ਹ ਲਏ। ਹੁਣ ਹੈ ਦੇਖਣ ਸੁਣਨ ਸਹਾਇਕ ਸਾਧਨ ਜਿਹੜੇ ਅਸੀਂ ਪੜ੍ਹਨੇ ਆ। ਦੇਖਣ ਸੁਣਨ ਸਹਾਇਕ ਸਾਧਨ ਕਿਹੜੇ ਹਨ? ਦੇਖਣ ਸੁਣਨ ਸਹਾਇਕ ਸਾਧਨਾਂ ਦੇ ਵਿੱਚ ਹੈ ਟੈਲੀਵਿਜ਼ਨ ਹੈ, ਉਸ ਤੋਂ ਬਾਅਦ ਕਲੋਜ਼ਡ ਸਰਕਟ ਦੂਰਦਰਸ਼ਨ ਹੈ, ਸਿਨੇਮਾ ਜਾਂ ਚਲਚਿੱਤਰ ਹੈ ਤੇ ਕੰਪਿਊਟਰ ਹੈ। ਇਹਨਾਂ ਬਾਰੇ ਤੁਸੀਂ ਵੈਸੇ ਜਾਣਦੇ ਹੋ, ਸਾਰਿਆਂ ਦੇ ਨਾਮ ਵੀ ਤੁਸੀਂ ਸੁਣੇ ਹੈ।
ਇਹਨਾਂ ਸਾਧਨਾਂ ਨੂੰ ਦੇਖਿਆ ਵੀ ਜਾ ਸਕਦਾ ਹੈ, ਦੇਖਣ ਦੇ ਨਾਲੋਂ ਨਾਲ ਸੁਣਿਆ ਵੀ ਜਾ ਸਕਦਾ ਹੈ। ਤਾਂ ਟੈਲੀਵਿਜ਼ਨ ਹੈ, ਇਹ ਸਭ ਘਰਾਂ ਦੇ ਵਿੱਚ ਅੱਜ ਕੱਲ੍ਹ ਹੈ, ਤੁਸੀਂ ਚੰਗੀ ਤਰ੍ਹਾਂ ਦੇਖਿਆ ਵੀ ਹੈ, ਇਹ ਦੇਖਿਆ ਵੀ ਜਾ ਸਕਦਾ ਹੈ ਤੇ ਸੁਣਿਆ ਵੀ ਜਾ ਸਕਦਾ ਹੈ। ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਦੀ ਜ਼ਰੂਰਤ ਨਹੀਂ ਹੈ। ਤੇ ਇਹਦੇ ਵਿੱਚ ਸਿੱਖਿਆ ਦੇ ਵਿੱਚ ਕੀ ਪ੍ਰਯੋਗ ਹੋ ਸਕਦਾ ਇਹਦਾ, ਤਾਂ ਕਈ ਚੀਜ਼ਾਂ ਦਾ ਪ੍ਰਸਾਰਣ ਹੁੰਦਾ ਹੈ ਸਿੱਖਿਆ ਦੀ ਸਮੱਗਰੀ ਦਾ, ਭਾਸ਼ਾ ਸੰਬੰਧੀ ਵੀ ਅਸੀਂ ਕਹਿ ਸਕਦੇ ਹਾਂ, ਹੋਰ ਵੀ ਵਿਸ਼ਿਆਂ ਤੋਂ ਸੰਬੰਧਿਤ, ਤਾਂ ਉਹ ਵਿਦਿਆਰਥੀਆਂ ਨੂੰ ਸੁਣਾਇਆ ਜਾ ਸਕਦਾ ਹੈ। ਸਕੂਲ ਵਿੱਚ ਵੀ ਯੂਜ਼ ਕਰਿਆ ਜਾ ਸਕਦਾ ਹੈ ਤੇ ਵਿਦਿਆਰਥੀ ਘਰ ਵਿੱਚ ਵੀ ਇਸ ਦੇਖਣ ਸੁਣਨ ਸਹਾਇਕ ਸਾਧਨ ਦਾ ਪ੍ਰਯੋਗ ਕਰ ਸਕਦੇ ਹੈ। ਉਸ ਤੋਂ ਬਾਅਦ ਹੈ ਕਲੋਜ਼ਡ ਸਰਕਟ ਦੂਰਦਰਸ਼ਨ, ਇਹਨੂੰ ਸੀਸੀਟੀਵੀ ਵੀ ਕਿਹਾ ਜਾਂਦਾ ਹੈ, ਸੀਸੀਟੀਵੀ। ਇਹ ਆਧੁਨਿਕ ਪ੍ਰਯੋਗ ਜ਼ਮਾਨੇ ਦੇ ਵਿੱਚ ਹੁਣ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹਦੇ ਵਿੱਚ ਕੀ ਹੈ, ਜਿਵੇਂ ਇੱਕ ਕਲਾਸ ਇਹ ਕੇਬਲ ਰਾਹੀਂ ਜੁੜਦੇ ਹੈ, ਕਿਹਦੇ ਰਾਹੀਂ, ਕੇਬਲ ਰਾਹੀਂ ਜੁੜ ਕੇ ਕੇਬਲ ਦਾ ਜਿੰਨੀ ਦੂਰ ਵਿਸਤਾਰ ਹੈ ਉਨਾ ਹੀ ਇਹਦਾ ਵਿਸਤਾਰ ਕੀਤਾ ਜਾ ਸਕਦਾ ਹੈ। ਤੇ ਇੱਕ ਜਿਵੇਂ ਮੰਨ ਲਓ ਇੱਕ ਕਲਾਸ 'ਚ ਕੋਈ ਚੀਜ਼ ਪ੍ਰਸਾਰਿਤ ਕਰਨੀ ਹੈ, ਉਸ ਤੋਂ ਇਲਾਵਾ ਉਹ ਦੂਜੀ ਜਾਂ ਹੋਰ ਕਈ ਕਲਾਸਾਂ 'ਚ ਉਹੀ ਚੀਜ਼ ਪ੍ਰਸਾਰਿਤ ਕਰਨੀ ਹੈ ਤਾਂ ਇਹਦਾ ਪ੍ਰਯੋਗ ਕੀਤਾ ਜਾਂਦਾ ਹੈ। ਬਹੁਤ ਸਾਰੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਹਨ ਉਹਨਾਂ ਦੇ ਵਿੱਚ ਇਹਨਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਇੱਕ ਸਮੱਗਰੀ ਨੂੰ ਕਈ ਜਗ੍ਹਾ ਦੇ ਉੱਤੇ ਪ੍ਰਸਾਰਿਤ ਕਰਨ ਦੇ ਲਈ। ਤਾਂ ਇਹ ਕਲੋਜ਼ਡ ਸਰਕਟ ਦੂਰਦਰਸ਼ਨ ਹੈ, ਇਹ ਕੇਬਲ ਦੇ ਮਾਧਿਅਮ ਰਾਹੀਂ ਕੰਮ ਕਰਦਾ ਹੈ। ਕਿਹਦੇ ਰਾਹੀਂ, ਕੇਬਲ ਦੇ, ਤੇ ਦੇਖਣ ਸੁਣਨ ਸਹਾਇਕ ਸਾਧਨ ਹੈ। ਉਸ ਤੋਂ ਬਾਅਦ ਹੈ ਸਿਨੇਮਾ ਜਾਂ ਚਲਚਿੱਤਰ, ਇਹ ਤੁਸੀਂ ਦੇਖਿਆ ਹੀ ਹੈ, ਇਹ ਵੀ ਦੇਖਣ ਸੁਣਨ ਸਹਾਇਕ ਸਾਧਨ ਹੈ ਇੱਕ। ਤੇ ਇਹਦਾ ਪ੍ਰਯੋਗ ਸਕੂਲ, ਜਿਵੇਂ ਮੰਨ ਲਓ ਸਿਨੇਮਾ ਮਨੋਰੰਜਨ ਦਾ ਸਾਧਨ ਸੀ ਪੁਰਾਣੇ ਸਮੇਂ ਦੇ ਵਿੱਚ, ਤਾਂ ਤੇ ਹੁਣ ਇਹਨੂੰ ਸਿੱਖਿਆ ਵਿੱਚ ਵੀ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ, ਕਿਉਂਕਿ ਜੋ ਇਹਦਾ ਪ੍ਰੋਜੈਕਟਰ ਹੈ ਉਹ ਜੇ ਛੋਟੇ ਪ੍ਰੋਜੈਕਟਰ ਸਿਨੇਮਾ ਦੇ ਰੂਪ ਵਿੱਚ ਸਕੂਲਾਂ ਦੇ ਵਿੱਚ ਵੀ ਲਾਏ ਜਾ ਸਕਦੇ ਹਨ, ਛੋਟੇ ਪ੍ਰੋਜੈਕਟਰ, ਤੇ ਉਹਨਾਂ 'ਚ ਸਿੱਖਿਆ ਸਮੱਗਰੀ ਪ੍ਰਸਾਰਿਤ ਕਰਕੇ ਬੱਚਿਆਂ ਨੂੰ ਦਿਖਾਈ ਜਾ ਸਕਦੀ ਹੈ, ਇਹ ਕੰਮ ਲਿਆ ਜਾ ਸਕਦਾ ਹੈ। ਉਸ ਤੋਂ ਬਾਅਦ ਹੈ ਕੰਪਿਊਟਰ ਤਾਂ ਅੱਜ ਦੇ ਜ਼ਮਾਨੇ 'ਚ ਸਭ ਤੋਂ ਫੇਮਸ ਚੀਜ਼ ਹੈ, ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਚੋੜ ਕੱਢ ਕੇ ਕੀ ਆ ਗਿਆ, ਕੰਪਿਊਟਰ ਆ ਗਿਆ ਹੁਣ, ਤੇ ਕੰਪਿਊਟਰ ਟੀਵੀ ਦਾ ਕੰਮ ਵੀ ਦੇ ਜਾਂਦਾ ਹੈ, ਠੀਕ ਹੈ। ਤਾਂ ਇਹ ਕੀ ਹੈ, ਕੰਪਿਊਟਰ ਨੂੰ ਸਿੱਖਿਆ ਦੇ ਵਿੱਚ ਪ੍ਰਯੋਗ ਕਰ ਸਕਦੇ ਹਾਂ, ਕਿਉਂਕਿ ਬੱਚਿਆਂ ਨੂੰ ਜਾਂ ਵਿਦਿਆਰਥੀਆਂ ਨੂੰ ਅਸੀਂ ਇਹਦੇ ਰਾਹੀਂ ਸਿੱਖਿਆ ਦੇ ਸਕਦੇ ਹਾਂ, ਕੋਈ ਵੀ ਚੀਜ਼ਾਂ ਦੇਖ ਵੀ ਸਕਦੇ ਹਾਂ ਤੇ ਸੁਣ ਵੀ ਸਕਦੇ ਹਾਂ, ਨਵੀਂ ਸਮੱਗਰੀ ਇਹਦੇ ਵਿੱਚ ਕਿਵੇਂ ਵੀ ਅਸੀਂ ਕਰ ਸਕਦੇ ਹਾਂ। ਕੰਪਿਊਟਰ ਨਾਲ ਇੰਟਰਨੈਟ ਨਾਲ ਵੀ ਜੁੜ ਜਾਂਦਾ ਹੈ ਤੇ ਅਸੀਂ ਸਾਰੀ ਸਮੱਗਰੀ ਦਾ ਇਸ ਨਾਲ ਪ੍ਰਸਾਰਣ ਕਰ ਸਕਦੇ ਹਾਂ, ਕੰਪਿਊਟਰ ਹੋਇਆ ਚਾਹੇ ਲੈਪਟਾਪ ਹੋਇਆ, ਇੱਕੋ ਹੀ ਚੀਜ਼ ਹੈ ਦੋਵੇਂ। ਤਾਂ ਇਹ ਹੋ ਗਿਆ ਕੰਪਿਊਟਰ ਦੇਖਣ ਸੁਣਨ ਸਹਾਇਕ ਸਾਧਨ ਹੈ। ਤੇ ਇਸ ਤੋਂ ਬਾਅਦ ਨਵੀਂ ਚੀਜ਼ ਵੀ ਆ ਗਈ, ਜਿਵੇਂ ਅਸੀਂ ਕਹਿ ਸਕਦੇ ਹਾਂ ਮੋਬਾਈਲ, ਇਹ ਤਾਂ ਅੱਜ ਦੇ ਜ਼ਮਾਨੇ ਦੀ ਬਿਲਕੁਲ ਨਵੀਂ ਚੀਜ਼ ਹੈ। ਤੇ ਇਹ ਕੀ ਹੈ, ਮੋਬਾਈਲ ਦਾ ਵੀ ਜੇਕਰ ਪਰਸਨ ਆ ਜਾਂਦਾ ਹੈ ਤਾਂ ਇਹਨੂੰ ਅਸੀਂ ਦੇਖਣ ਸੁਣਨ ਸਹਾਇਕ ਸਾਧਨ ਹੀ ਕਹਾਂਗੇ। ਮੋਬਾਈਲ ਕੀ ਹੈ, ਦੇਖਣ ਸੁਣਨ ਸਹਾਇਕ ਸਾਧਨ ਹੀ ਹੈ। ਇਸ ਦਾ ਵਰਤੋਂ ਵੀ ਜਿਵੇਂ ਵਿਦਿਆਰਥੀ ਮੰਨ ਲਓ ਹੁਣ ਸਮਾਈਲ ਪ੍ਰੋਗਰਾਮ ਪਿੱਛੇ ਚੱਲ ਰਿਹਾ ਸੀ ਕਰੋਨਾ ਦੇ ਦੌਰ ਦੇ ਵਿੱਚ, ਹੁਣ ਵੀ ਚੱਲੇਗਾ, ਜਿਵੇਂ ਅੱਗੇ ਚੱਲ ਸਕਦਾ ਹੈ, ਤਾਂ ਇਹਦੇ ਰਾਹੀਂ ਵਿਦਿਆਰਥੀਆਂ ਨੂੰ ਮੋਬਾਈਲ ਰਾਹੀਂ ਵਿਦਿਆਰਥੀ ਸਿੱਖ ਰਹੇ ਸੀ, ਕਿਉਂਕਿ ਈ ਕਕਸ਼ਾ ਦੇ ਮਾਧਿਅਮ ਰਾਹੀਂ ਮੋਬਾਈਲਾਂ ਤੇ ਸਮਾਈਲ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਹਦੇ ਵਿੱਚ ਵਿਦਿਆਰਥੀ ਸਿੱਖ ਰਹੇ ਸੀ। ਤਾਂ ਇਹਦਾ ਪ੍ਰਯੋਗ ਵੀ ਤੁਸੀਂ ਵੀ ਜਿਵੇਂ ਬਹੁਤ ਸਾਰੀਆਂ ਵੀਡੀਓ ਜਾਂ ਦੇਖਣ ਲਈ ਪ੍ਰਯੋਗ ਕਰਦੇ ਹੋ, ਮੋਬਾਈਲ ਦਾ ਪ੍ਰਯੋਗ ਤਾਂ ਸਦਾ ਬਾਹਰ ਅੱਜ ਕੱਲ੍ਹ ਚੱਲਦਾ ਹੈ, ਪਰ ਇਸ ਸਾਧਨ ਦੀਆਂ ਕਈ ਨੁਕਸਾਨ ਵੀ ਹਨ, ਕਿਉਂਕਿ ਇਸ ਦੀ ਦੁਰਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ, ਛੋਟੇ ਬੱਚੇ ਕਰ ਰਹੇ ਹਨ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈ। ਤਾਂ ਇਹਨੂੰ ਮਨੋਰੰਜਨ ਦਾ ਸਾਧਨ ਜ਼ਿਆਦਾ ਸਮਝ ਲਿਆ ਜਾਂਦਾ ਹੈ ਤੇ ਵਿਦਿਆਰਥੀ ਪੜ੍ਹਨ ਦਾ ਕੰਮ ਘੱਟ ਲੈਂਦੇ ਆ, ਪਰ ਇਹਦੇ ਵਿੱਚ ਦੇਖਿਆ ਵੀ ਜਾ ਸਕਦਾ ਹੈ ਤੇ ਸੁਣਿਆ ਵੀ ਜਾ ਸਕਦਾ ਹੈ। ਇਹਦੇ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਸਾਰੇ ਜਾਣਦੇ ਹੋ। ਤਾਂ ਇਹ ਜਿਹੜੇ ਸਾਧਨ ਹੈ ਇਹ ਦੇਖਣ ਸੁਣਨ ਸਹਾਇਕ ਸਾਧਨ ਸਾਰੇ ਹੋ ਗਏ। ਮੋਬਾਈਲ ਦੇ ਵਿੱਚ ਤਾਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਹਰ ਚੀਜ਼ ਦੀ ਫੈਸਿਲਿਟੀ ਹੈ, ਉਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ। ਤਾਂ ਇਹ ਸਾਰੇ ਸਾਧਨ ਆਪਾਂ ਬੜੇ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਹੈ। ਤੇ ਇਹ ਵੇਰਵਾ ਅਸੀਂ ਅੱਜ ਪੜ੍ਹ ਲਿਆ ਹੈ ਦੇਖਣ ਸੁਣਨ ਸਹਾਇਕ ਸਾਧਨਾਂ ਦਾ ਅਰਥ ਵੀ ਪੜ੍ਹ ਲਿਆ ਹੈ। ਤੇ ਹੁਣ ਕੀ ਰਹਿ ਗਿਆ, ਵਰਤੋਂ ਦੇ ਸਿਧਾਂਤ। ਕੀ ਰਹਿ ਗਏ, ਵਰਤੋਂ ਦੇ ਸਿਧਾਂਤ, ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਕਿਸ ਰੂਪ ਦੇ ਵਿੱਚ, ਉਹਦੇ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ। ਹੁਣ ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਤੇ ਜੇ ਤੁਹਾਡਾ ਕੋਈ ਵੀ ਡਾਊਟ ਹੈ ਜਾਂ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਪੰਜਾਬੀ ਵਿਸ਼ੇ ਤੋਂ ਸੰਬੰਧਿਤ ਰੀਡ ਪੰਜਾਬੀ ਤੋਂ, ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ, ਕਮੈਂਟ ਰਾਹੀਂ ਦੱਸ ਸਕਦੇ ਹੋ। ਹੁਣ ਅਸੀਂ ਅਗਲਾ ਵੀਡੀਓ 'ਚ ਮਿਲਾਂਗੇ।